ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ IAS ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਮੌਜੂਦਾ ਸਮੇਂ ਦੇ ਵਿੱਚ ਸਿੱਖ ਸਿਆਸਤ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਜਿਹੜੀ ਪੰਥਕ ਸਿਆਸਤ ਹੈ ਉਹ ਆਪਣੇ ਅਸਲ ਮੁੱਦਿਆਂ ਤੋਂ ਭਟਕਦੀ ਜਾ ਰਹੀ ਆ। ਇੱਕ ਉਮੀਦ ਕੀਤੀ ਜਾਂਦੀ ਹੈ, ਪਹਿਲਾਂ ਅਕਾਲੀ ਦਲ ਤੋਂ ਉਮੀਦ ਹੁੰਦੀ ਸੀ, ਹੁਣ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਤੇ ਨਾ ਕਿਤੇ ਸਿੱਖ ਮਸਲਿਆਂ ਨੂੰ ਉਸ ਤਰੀਕੇ ਨਾਲ ਉਭਾਰਨਗੇ ਵੀ, ਤੇ ਸਿਰਫ ਉਭਾਰਨ ਤੱਕ ਸੀਮਤ ਨਹੀਂ ਤੇ ਉਹਨਾਂ ਦਾ ਹੱਲ ਵੀ ਕਢਵਾਉਣਗੇ। ਇਸੇ ਲਈ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ। ਬੰਦੀ ਸਿੰਘਾਂ ਦੀ ਉਹ ਗੱਲ ਕਰਦੇ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਇੱਕ ਚਰਚਾ ਛਿੜੀ ਹੋਈ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਆਲੇ ਦੁਆਲੇ ਜਿੰਨੇ ਉਹਨਾਂ ਦੇ ਪਿਛਲੇ ਵਿਵਾਦ ਨੇ ਉਹਨਾਂ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ ਜਾ ਰਿਹਾ। ਉਹਦੇ ਉੱਤੇ ਸਵਾਲ ਜਵਾਬ ਹੋ ਰਹੇ ਨੇ ਕਿ ਉਹਦੇ ਵਿੱਚ ਸੱਚਾਈ ਕਿੰਨੀ ਕੁ ਹੈ। ਸਿਮਰਨਜੀਤ ਸਿੰਘ ਮਾਨ ਦੀ ਸੋਚ ਜਿਹੜੀ ਆ ਉਹ ਪੰਥ ਪ੍ਰਤੀ ਕਿਸ ਤਰ੍ਹਾਂ ਦੀ ਹੈ। ਇਹ ਬੜੇ ਸਵਾਲ ਜਿਹੜੇ ਨੇ ਉਹਨਾਂ ਨੂੰ ਲੈ ਕੇ ਖੜੇ ਹੁੰਦੇ ਨੇ। ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉੱਤੇ ਅਸੀਂ ਚਰਚਾ ਨੂੰ ਪੂਰਾ ਖੁੱਲੇ ਤਰੀਕੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਈਏ। ਸਵਾਗਤ ਹੈ ਤੁਹਾਡਾ ਗੁਰਤੇਜ ਸਿੰਘ। ਥੈਂਕ ਯੂ। ਧੰਨਵਾਦ ਗੁਰਤੇਜ ਸਿੰਘ ਜੀ। ਪਹਿਲਾ ਸਵਾਲ ਇਹੀ ਆ ਕਿ ਸਰਾਏ ਨਾਗਾ ਵਾਲਾ ਜਿਹੜਾ ਐਨਕਾਊਂਟਰ ਹੈ ਉਹਨੂੰ ਲੈ ਕੇ ਬੜੀਆਂ ਚਰਚਾਵਾਂ ਛਿੜ ਰਹੀਆਂ। ਸਿਮਰਨਜੀਤ ਸਿੰਘ ਮਾਨ ਹੋਰਾਂ ਤੋਂ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ, ਪਰ ਪਹਿਲਾਂ ਤੁਹਾਡੇ ਵੱਲੋਂ ਜੋ ਕੁਝ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ, ਜੋ ਕੁਝ ਤੁਸੀਂ ਨਸ਼ਰ ਕੀਤਾ, ਉਹਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਆ ਕਿ ਉਹਨਾਂ ਨਿਹੰਗਾਂ ਨੂੰ ਮਾਰਿਆ ਗਿਆ, ਉਹਨਾਂ ਦੇ ਪਰਿਵਾਰਾਂ ਨੇ ਮੁੜ ਕੇ ਪੈਰਵਾਈ ਕਿਉਂ ਨਹੀਂ ਕੀਤੀ। ਅੱਜ ਉਹ ਨਿਹੰਗ ਸਿੰਘਾਂ ਦੇ ਪਰਿਵਾਰ ਕਿੱਥੇ ਨੇ? ਕੀ ਇਸ ਵਿੱਚ ਵਾਕਈ ਕੋਈ ਸੱਚਾਈ ਸੀ ਜਾਂ ਫਿਰ ਇੱਕ ਸਟੇਟ ਦਾ ਪ੍ਰੋਪੇਗੰਡਾ ਹੈ ਜਿਹਦੇ ਤਹਿਤ ਸਿਮਰਨਜੀਤ ਸਿੰਘ ਮਾਨ ਨੂੰ ਬਦਨਾਮ ਕੀਤਾ ਜਾ ਰਿਹਾ? ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਜਿਹੜਾ ਇਹ ਕੱਲ ਪਰਸੋਂ ਕਿਸੇ ਅਖਬਾਰ ਵਾਲੇ ਨੇ ਜਗਮੋਹਨ ਸਿੰਘ ਦਾ ਬਿਆਨ ਛਾਪਿਆ, ਲੇਕਿਨ ਉਸ ਬਿਆਨ ਦੇ ਨਾਲ ਉਸਨੇ ਇੱਕ ਮੇਰਾ 11 ਸਾਲ ਪੁਰਾਣਾ ਲਿਖਿਆ ਹੋਇਆ ਆਰਟੀਕਲ ਛਾਪਤਾ, ਜਿਸ ਤੋਂ ਇਹ ਸਾਰੀ ਇਸ ਦੇ ਜਿਹੜੇ ਮਾਨ ਆਪਣੇ ਆਪ ਵੀ ਇੰਨਾ ਕੇਅਰਫੁਲ ਰੀਡਰ ਹੈ ਨਹੀਂ ਤੇ ਸਮਝ ਵੀ ਮੈਨੂੰ ਮੇਰੇ ਖਿਆਲ ਦੇ ਵਿੱਚ ਥੋੜੀ ਬਹੁਤ ਘੱਟ ਹੀ ਰੱਖਦਾ ਤੇ ਇਸ ਨੇ ਇਹ ਸਮਝਿਆ ਕਿ ਇਹ ਆਰਟੀਕਲ ਮੈਂ ਹੁਣ ਲਿਖਿਆ। ਇਸ ਤੋਂ ਇਹਨਾਂ ਨੇ ਆਪਣੀ ਬਹਿਸ ਚਲਾਤੀ, ਮੇਰੇ ਬਰਖਲਾਫ ਤੂਫਾਨ ਸ਼ੁਰੂ ਕਰਤਾ। ਹੁਣ ਗੱਲ ਇਹ ਹੈਗੀ ਕਿ 1979 ਦੇ ਵਿੱਚ ਇਹ ਘਟਨਾ ਵਾਪਰੀ ਹੈ ਔਰ ਇਹ ਘਟਨਾ ਜਿਹੜੀ ਹੈਗੀ ਉੱਥੇ ਮਾਮੂਲੀ ਗੱਲ ਦੇ ਉੱਤੇ ਤਕਰਾਰ ਹੋ ਗਿਆ ਕੁਛ ਨਿਹੰਗਾਂ ਦਾ ਇੱਕ ਡੇਰੇ ਦੇ ਮਹੰਤ ਦੇ ਨਾਲ, ਸਰਾਏ ਨਾਗਾ ਦੇ ਡੇਰੇ ਦੇ ਮਹੰਤ ਦੇ ਨਾਲ। ਮਸਲਾ ਸੀਗਾ ਕਿ ਉਹਨਾਂ ਦੀ ਬਾਂਦਰੀ ਨੂੰ ਜਿਹੜੇ ਮਹੰਤ ਦੇ ਕੁੱਤੇ ਨੇ ਕੱਟ ਲਿਆ। ਇਸ ਤੋਂ ਤਕਰਾਰ ਹੋ ਗਿਆ। ਇਸ ਦੇ ਉੱਤੇ ਉਹਨੇ ਇੱਕ ਕੰਵਰਜੀਤ ਸਿੰਘ ਉਸ ਵੇਲੇ MLA ਹੁੰਦਾ ਸੀਗਾ, ਸਰਦਾਰ ਹਰਚਰਨ ਸਿੰਘ ਬਰਾੜ ਦਾ ਲੜਕਾ, ਉਸਨੇ ਇਹਨੂੰ ਮਾਨ ਨੂੰ ਟੈਲੀਫੋਨ ਕਰਤਾ। ਇਹ SSP ਸੀ ਉੱਥੇ। ਇਸ ਨੇ 3-4 ਸਿਪਾਹੀ ਭੇਜਤੇ। ਸਿਪਾਹੀਆਂ ਨੇ ਖਾਮ ਖਾ ਦੀ ਲੜਾਈ ਉਹਨਾਂ ਦੇ ਨਾਲ ਜਾਂਦਿਆਂ ਉੱਥੇ ਗੋਲੀਆਂ ਚਲਾਉਣ ਲੱਗ ਪਏ। ਉਹਨਾਂ ਨਿਹੰਗਾਂ ਨੂੰ ਜਿਨ੍ਹਾਂ ਦੇ ਉੱਤੇ ਚਲਾ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹ ਪਿੱਛੋਂ ਆਪਣੇ ਪਿੰਡੋਂ ਆ ਕੇ ਬਾਅਦ ਚ ਰਲੇ ਸੀਗੇ। ਉਹਨਾਂ ਨੂੰ ਪਤਾ ਨਹੀਂ ਸੀ ਵੀ ਝਗੜਾ ਕੀ ਹੈ। ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਕਿਹਾ ਬਥੇਰਾ ਕਿ ਜੀ ਸਾਡੇ ਕੋਲੇ ਵੀ ਹਥਿਆਰ ਆਉਣਗੇ, ਅਸੀਂ ਤੁਹਾਨੂੰ ਮਾਰ ਸਕਦੇ ਹਾਂ, ਤੁਸੀਂ ਸਾਡੇ ਦੇ ਨਾਂ ਚਲਾਓ, ਸਾਡੀ ਗੱਲ ਸੁਣੋ। ਕੋਈ ਸੁਣੀ ਨਹੀਂ ਕਿਸੇ ਦੀ ਔਰ ਉਹਨਾਂ ਨੇ ਫਾਇਰ ਕੀਤਾ ਤੇ ਤਿੰਨ ਪੁਲਿਸ ਵਾਲੇ ਮਾਰੇ ਗਏ। ਉਸ ਤੋਂ ਬਾਅਦ ਇਹ ਸਿਮਰਨਜੀਤ ਸਿੰਘ ਮਾਨ ਆਪਣੀ ਸਾਰੀ ਫੌਜ ਲੈ ਕੇ ਉੱਥੇ ਆ ਗਏ। ਮੀਨਵਾਈਲ ਜਿਹੜੇ 4-5 ਨਿਹੰਗ ਸੀਗੇ ਬਚੇ ਹੋਏ ਉਹਨਾਂ ਦੇ ਨਾਲੋਂ, ਉਹ ਉੱਥੇ ਦੂਸਰੇ ਪਾਤਸ਼ਾਹ ਦਾ ਜਨਮ ਸਥਾਨ ਹੈ ਇੱਕ ਬਾਹਰਲੇ ਪਾਸੇ ਪਿੰਡ ਦੇ, ਹੁਣ ਤਾਂ ਸ਼ਾਇਦ ਪਿੰਡ ਦੇ ਵਿੱਚ ਹੀ ਆ ਗਿਆ ਹੋਵੇਗਾ, ਲੇਕਿਨ ਬਾਹਰਲੇ ਪਾਸੇ ਹਰੀਨਾਉਂ ਦੀ ਸੜਕ ਜਾਂਦੀ ਹੈ, ਉਸ ਦੇ ਉੱਤੇ ਉਹ ਹੈਗਾ ਇਹ ਦੂਸਰੇ ਪਾਤਸ਼ਾਹ ਦਾ ਜਨਮ ਸਥਾਨ। ਗੁਰਦੁਆਰਾ ਬੜਾ ਵੱਡਾ ਬਣਿਆ ਹੋਇਆ, ਉੱਤੇ ਗੁੰਬਜ ਹੈ। ਉਹ ਗੁੰਬਜ ਦੇ ਵਿੱਚ ਉਹਨਾਂ ਸਿੰਘਾਂ ਨੇ ਆਪਣਾ ਸ਼ੈਲਟਰ ਲੈ ਲਿਆ ਤੇ ਇਹਨਾਂ ਨੇ ਇਹ ਗੋਲੀਆਂ ਚਲਾਉਣ, ਉਹਨਾਂ ਦੇ ਉੱਤੇ ਕੋਈ ਅਸਰ ਨਾ ਹੋਵੇ। ਪਿੰਡ ਦੇ ਬਹੁਤ ਲੋਕ ਇਕੱਠੇ ਹੋ ਗਏ, ਕੋਈ 1000 ਆਦਮੀ ਉਸ ਏਰੀਏ ਦੇ ਵਿੱਚ ਆ ਕੇ ਇਕੱਠੇ ਹੋ ਗਏ ਉੱਥੇ ਦੇਖਣ ਵਾਸਤੇ ਤਮਾਸ਼ਾ। ਤੇ ਅਖੀਰ ਦੇ ਉੱਤੇ ਫਿਰ ਉਹ ਜਿਹੜੇ ਨਿਹੰਗ ਸੀਗੇ ਉਹ ਨੇੜੇ ਤੇੜੇ ਪਿੰਡਾਂ ਦੇ ਸੀਗੇ। ਉਹਨਾਂ ਦਾ ਪਿੰਡ ਇੱਕ ਖਾਰੇ ਦੇ ਸਨ ਕੁਛ ਲੋਕ, ਕੁਛ ਸੱਕਾਂ ਵਾਲੀ ਦੇ ਸਨ, ਕੁਛ ਵਾਲਾ ਦਰਾਕਾ ਦੇ ਸਨ, 1-2। ਉਹਨਾਂ ਦੇ ਜਾ ਕੇ ਘਰਾਂ ਦੇ ਵਿੱਚੋਂ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੀਆਂ ਘਰ ਵਾਲੀਆਂ ਨੂੰ ਫੜ ਲਿਆ ਇਹ ਪੁਲਿਸ ਵਾਲੇ ਔਰ ਉਹਨਾਂ ਨੂੰ ਥ੍ਰੈਟਨ ਕੀਤਾ। ਇੱਕ ਹੁਣ ਜਿਹੜਾ ਨਿਹੰਗ ਪ੍ਰੀਤਮ ਸਿੰਘ ਸੀਗਾ
ਉਸ ਦੇ 3 ਕੁੜੀਆਂ ਸੀ ਛੋਟੀਆਂ ਛੋਟੀਆਂ, 12-14 ਸਾਲ ਦੀ ਬੱਚੀ ਵੱਡੀ ਸੀ ਸਾਰਿਆਂ ਤੋਂ, ਤੇ ਦੂਸਰੀਆਂ ਛੋਟੀਆਂ ਸਨ। ਇਹਨਾਂ ਨੇ ਥ੍ਰੈਟਨ ਕੀਤਾ ਕਿ ਅਸੀਂ ਇਹਨਾਂ ਦੇ ਨਾਲ ਬਹੁਤ ਮਾੜੀ ਕਰਾਂਗੇ। ਤੁਸੀਂ ਜਾਣਦੇ ਹੋ ਔਰਤਾਂ ਦੇ ਨਾਲ ਜਿਸ ਤਰ੍ਹਾਂ ਦੀ ਥ੍ਰੈਟ ਦਿੱਤੀ ਜਾਂਦੀ ਹੈ, ਉਸ ਤਰ੍ਹਾਂ ਦੇ ਥ੍ਰੈਟ ਇਹਨਾਂ ਨੇ ਦਿੱਤਾ। ਤਾਂ ਲੋਕਾਂ ਨੇ ਵਿੱਚ ਪੈ ਕੇ ਵੀ ਇਹੋ ਜਿਹਾ ਸੀਨ ਸਾਡੇ ਸਾਹਮਣੇ ਨਾ ਹੋਵੇ, ਲੋਕਾਂ ਨੇ ਵਿੱਚ ਪੈ ਕੇ ਤੇ ਉਹਨਾਂ ਨੂੰ ਨਿਹੰਗਾਂ ਨੂੰ ਪਰਸੂਏਡ ਕੀਤਾ ਵੀ ਤੁਸੀਂ ਸਰੈਂਡਰ ਕਰ ਦਿਓ। ਉਹਨਾਂ ਨੇ ਸਰੈਂਡਰ ਕਰਤਾ। ਲੋਕਾਂ ਸਾਰਿਆਂ ਦੇ ਸਾਹਮਣੇ ਉਹਨਾਂ ਦੀਆਂ ਮੁਸ਼ਕਾਂ ਕੱਸੀਆਂ ਗਈਆਂ, ਹੱਥ ਉਹਨਾਂ ਦੇ ਪਿੱਛੇ ਬੰਨੇ ਗਏ ਰੱਸੇ ਨਾਲ, ਤੇ ਉਸ ਤੋਂ ਬਾਅਦ ਉਹਨਾਂ ਨੂੰ ਗੁਰਦੁਆਰੇ ਦੇ ਪਿਛਲੇ ਪਾਸੇ ਲੈ ਗਏ। ਪਿੱਛੇ ਜਾ ਕੇ ਡਿਸਟ੍ਰਿਕਟ ਮੈਜਿਸਟ੍ਰੇਟ ਨਾਲ ਸੀ ਗੁਰਬਖਸ਼ ਸਿੰਘ ਗੋਸਲ, ਉਹਨਾਂ ਨੇ ਮੈਨੂੰ ਖੁਦ ਇਹ ਸਾਰਾ ਇਹ ਸੀਨ ਜਿਹੜਾ ਹੈਗਾ ਡਿਸਕ੍ਰਾਈਬ ਕੀਤਾ ਸੀ। ਉਹ ਕਹਿੰਦੇ ਮਾਨ ਨੇ 2 ਬੰਦਿਆਂ ਦੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਗੋਲੀਆਂ ਮਾਰੀਆਂ, ਉਹਨਾਂ ਨੂੰ ਮਾਰਤਾ। ਕਹਿੰਦਾ ਫਿਰ ਅਗਾਂਹ ਮੈਂ ਉਸਦਾ ਹੱਥ ਫੜ ਲਿਆ ਵੀ ਹੁਣ ਇਸ ਤੋਂ ਬਾਅਦ ਜੇ ਤੂੰ ਕੁਛ ਕਰੇਗਾ ਤਾਂ ਮੈਂ ਇਹਨੂੰ ਰਿਪੋਰਟ ਕਰਾਂਗਾ, ਇਸੇ ਤਰ੍ਹਾਂ ਨਾਲ। ਤੇ ਉਸ ਤੋਂ ਬਾਅਦ 2 ਬੰਦੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਮਾਰੇ ਇਹਨਾਂ ਦੇ। ਆਹ ਸੀਗਾ ਇੰਸੀਡੈਂਟ। ਇਸ ਦੇ ਬਾਰੇ ਮੈਂ ਜਾ ਕੇ ਉੱਥੇ ਬਾਅਦ ਦੇ ਵਿੱਚ, ਮੈਂ ਤਾਂ ਉਸ ਵੇਲੇ ਕਿਸੇ ਜਗ੍ਹਾ ਤੇ ਇਸ ਤਰ੍ਹਾਂ ਨਹੀਂ ਸੀਗਾ, ਕੋਈ ਅਥਾਰਟੀ ਨਹੀਂ ਸੀ ਮੇਰੇ ਕੋਲ, ਲੇਕਿਨ ਮੈਂ ਉਸ ਜਗ੍ਹਾ ਤੇ ਜਾ ਕੇ ਦੇਖ ਕੇ ਆਇਆ, ਕਿਉਂਕਿ ਦੂਸਰੇ ਪਾਤਸ਼ਾਹ ਦਾ ਜਨਮ ਸਥਾਨ ਸੀ, ਮੇਰੇ ਰਾਹ ਦੇ ਉੱਤੇ ਸੀ। ਫਰੀਦਕੋਟ ਨੂੰ ਜਾਂਦਿਆਂ, ਮੁਕਤਸਰ ਤੋਂ ਫਰੀਦਕੋਟ ਨੂੰ ਜਾਂਦਿਆਂ ਰਾਹ ਦੇ ਵਿੱਚ ਆਉਂਦਾ ਸੀ, ਤੇ ਮੈਂ ਉੱਥੇ ਦੇਖ ਕੇ ਆਇਆ ਕਿ ਵੀ ਇਹ ਨਿਸ਼ਾਨ ਲੱਗੇ ਹੋਏ ਨੇ। ਫਿਰ ਮੈਂ ਇਸ ਨੂੰ, ਜਿਸ ਵੇਲੇ ਮੈਨੂੰ ਮਿਲਿਆ 1 ਸਾਲ ਕੁ ਬਾਅਦ ਸੈਕਟਰੀਏਟ ਦੇ ਵਿੱਚ, ਮੈਂ ਇਸ ਨੂੰ ਕਨਫਰੰਟ ਕੀਤਾ ਕਿ ਬਈ ਤੂੰ ਇੰਨਾ ਵੱਡਾ ਸਿੱਖ ਹੈ, ਆਪਣੇ ਆਪ ਨੂੰ ਕਹਿਣਾ ਹੈ, ਤੇ ਉੱਥੇ ਦੂਸਰੇ ਪਾਤਸ਼ਾਹ ਦੇ ਜਨਮ ਸਥਾਨ ਤੇ ਤੇਰੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਹੈ, ਤੇ ਇਹਨੂੰ ਕਿਵੇਂ ਐਕਸਪਲੇਨ ਕਰਦਾ ਹੈ? ਤੇ ਤੂੰ ਜਿਹੜੇ ਉਹ ਨਿਹੰਗ ਸਿੰਘ ਸੀਗੇ ਉਹਨਾਂ ਨੂੰ ਫੜ ਕੇ ਤੂੰ ਮਾਰਿਆ, ਤੇ ਕੀ ਇਹ ਆਪਣੇ ਕਾਨੂੰਨ ਦੇ ਅਨੁਸਾਰ ਇਹ ਜਾਇਜ਼ ਹੈ? ਤਾਂ ਇਸ ਨੇ ਮੈਨੂੰ ਜਵਾਬ ਇਹ ਦਿੱਤਾ, ਮੈਂ ਐਗਜ਼ੈਕਟਲੀ ਉਹੀ ਲਫ਼ਜ਼ ਉਸ ਆਰਟੀਕਲ ਦੇ ਵਿੱਚ ਲਿਖਤੇ ਸਨ 2011 ਦੇ ਵਿੱਚ, ਜਿਹੜਾ ਮੈਂ ਲਿਖਿਆ ਸੀ ਕਿ ਮੈਂ ਫੌਜਾਂ ਦਾ ਜਰਨੈਲ ਸੀ, ਮੇਰੇ ਸਾਹਮਣੇ ਮੇਰੇ ਸਿਪਾਹੀ ਸ਼ਹੀਦ ਹੋਏ ਪਏ ਸੀ, ਮੇਰੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਹੈ। ਮੈਂ ਇਸ ਨੂੰ ਪੁੱਛਿਆ ਕਿ ਤੂੰ ਫੌਜਾਂ ਦਾ ਕੋਈ ਜਰਨੈਲ ਨਹੀਂ ਸੀ, ਤੂੰ ਸਿਰਫ ਇੱਕ ਜ਼ਿਲ੍ਹੇ ਦਾ SSP ਸੀ, ਜਿਹੜੀ ਕਿ ਬਹੁਤ ਛੋਟੀ ਜਿਹੀ ਪੋਜੀਸ਼ਨ ਹੁੰਦੀ ਹੈ, ਆਪਣੇ ਆਪ ਨੂੰ ਜੇ ਮਰਜ਼ੀ ਤੁਸੀਂ ਸਮਝੀ ਜਾਓ। ਤੇ ਜਿਹੜਾ ਤੇਰਾ ਖੂਨ ਉਤਰਿਆ ਆ, ਉਸ ਵੇਲੇ ਤੈਨੂੰ ਇਹ ਖਿਆਲ ਨਹੀਂ ਆਇਆ ਕਿ ਮੈਂ ਕੌਂਸਟੀਟਿਊਸ਼ਨ ਦੀ ਓਥ ਲਈ ਹੋਈ ਹੈ ਤੇ ਮੈਂ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਹੈ। ਜਿਹੜੇ ਫੜੇ ਗਏ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਸਜ਼ਾਵਾਂ ਜੋ ਦਵਾ ਸਕਦੇ ਸੀ ਦਵਾਉਣੀਆਂ ਸੀਗੀਆਂ। ਸੋ ਆਹ ਸੀ ਗੱਲ ਸਾਰੀ। ਇਸ ਦੇ ਉੱਤੇ ਨਾਰਾਜ਼ ਹੋਇਆ, ਔਰ ਨਾਰਾਜ਼ਗੀ ਇਸ ਦੀ ਕਿਤੇ ਖਤਮ ਹੀ ਨਹੀਂ ਹੋ ਰਹੀ। ਹੁਣ ਉਹ 2011 ਦਾ ਲਿਖਿਆ ਹੋਇਆ ਆਰਟੀਕਲ ਇਹ ਸਰਦਾਰ ਜਗਮੋਹਨ ਸਿੰਘ ਨੇ ਜਾਂ ਉਸਨੇ ਪੱਤਰਕਾਰ ਨੇ, ਵਿਸ਼ਵ ਭਾਰਤੀ ਨੇ, ਉਹ ਉੱਥੋਂ ਕਿਤੋਂ ਐਕਸੈਸ ਕਰ ਲਿਆ ਤੇ ਉਹਨਾਂ ਨੇ ਉਹਦੇ ਨਾਲ ਟੈਗ ਕਰਤਾ। ਇਸ ਦੇ ਉੱਤੇ ਇਹ ਖਫਾ ਹਨਗੇ ਕਿ ਜੀ ਦੇਖੋ ਜੀ ਗੁਰਤੇਜ ਸਿੰਘ ਚਿੜ ਗਿਆ ਜੀ, ਇਹ ਇੱਕ ਬਰਦਾਸ਼ਤ ਨਹੀਂ ਕਰ ਸਕਦਾ ਵੀ ਮਾਨ ਇਲੈਕਟ ਹੋਇਆ, ਮੈਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ। ਮੈਂ ਇੱਥੇ 50 ਬੰਦੇ ਜਿਉਂਦੇ ਆਪਾਂ ਦੇਖ ਰਹੇ ਹਾਂ ਇਸ ਸੰਸਾਰ ਦੇ ਲੀਲਾ ਨੂੰ, ਸੈਂਕੜੇ ਬੰਦੇ ਇਲੈਕਟ ਹੋ ਚੁੱਕੇ ਆ, ਸੈਂਕੜੇ ਜਾ ਚੁੱਕੇ ਆ, ਸੈਂਕੜੇ ਆ ਚੁੱਕੇ ਆ, ਇਹ ਸਿਲਸਿਲਾ ਜਾਰੀ ਰਹਿਣਾ। ਸੋ ਇਸ ਕੋਲੇ ਇਸ ਤਰ੍ਹਾਂ ਦੇ ਝਗੜੇ ਕਰਨ ਵਾਸਤੇ ਟਾਈਮ ਹੈ। ਮੈਂ ਤਾਂ ਬੜਾ ਹੈਰਾਨ ਹਾਂ ਕਿ ਇਸ ਵੇਲੇ ਇਸ ਨੂੰ ਕੀ ਸੋਚਣਾ ਚਾਹੀਦਾ ਸੀਗਾ। ਕੋਈ ਪੰਥ ਦੀ ਬਿਹਤਰੀ, ਕੋਈ ਕੌਮ ਦੀ ਬਿਹਤਰੀ, ਕੋਈ ਆਪਣੇ ਪੁਰਾਣੇ ਗੁਨਾਹਾਂ ਦੀ ਜਿਹੜੀ ਕੋਈ ਇਸ ਨੂੰ ਲੋਕਾਂ ਤੋਂ ਮਾਫੀ ਮੰਗਣਾ ਸੀ, ਇਹੋ ਜਿਹੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਸੀ। ਪਰ ਇਹ ਕੀ ਸੋਚ ਰਿਹਾ? ਗੁਰਤੇਜ ਸਿੰਘ ਜੀ, ਮੈਂ ਅਗਲੇ ਸਵਾਲਾਂ ਤੇ ਵੀ ਆਵਾਂਗਾ, ਪਰ ਇੱਥੇ ਜਿਹੜਾ ਸਵਾਲ ਬਣਦਾ ਉਹ ਇਹ ਬਣਦਾ ਕਿ ਉਸ ਵੇਲੇ ਸਰਕਾਰ ਕਿਹਦੀ ਸੀਗੀ, ਇਹ ਦੱਸਿਓ ਥੋੜਾ। ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ, SSP ਸੀ। ਐਕਸ਼ਨ ਕਿਉਂ ਨਹੀਂ ਲਿਆ ਇਹਦੇ ਉੱਤੇ? ਕੋਰਟ ਆਫ ਇਨਕੁਆਇਰੀ ਜਾਂ ਅੰਦਰੋਂ ਕੋਈ ਪੁਲਿਸ ਪੱਧਰ ਦੇ ਉੱਤੇ ਕੋਈ ਜਾਂਚ ਜਾਂ ਫਿਰ ਕੋਈ ਪਰਚਾ ਦਰਜ ਹੋਣਾ, ਜਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਵੱਲੋਂ ਕੋਈ ਕਾਨੂੰਨੀ ਚਾਰਾਜੋਈ ਕਰਨਾ, ਇਹੋ ਜਿਹਾ ਕੁਝ ਵੀ ਨਹੀਂ ਹੋਇਆ ਉਹਨਾਂ ਸਮਿਆਂ 'ਚ? ਇਹ ਨਿਹੰਗ ਸਨ, ਮੇਰੇ ਖਿਆਲ ਦੇ ਵਿੱਚ ਕਿਸੇ ਬਹੁਤੀ ਵੱਡੀ ਜਥੇਬੰਦੀ ਦੇ ਨਾਲ ਸੰਬੰਧਿਤ ਨਹੀਂ ਸਨ ਉਸ ਵੇਲੇ। ਤੇ ਉਸ ਵੇਲੇ ਇਹ ਛੋਟੇ ਮੋਟੇ, ਮਤਲਬ ਵੀ ਆਪਾਂ ਕਹਿ ਸਕਦੇ ਹਾਂ ਵੀ ਮਿਡਲ ਕਲਾਸ ਗਰੀਬ ਘਰਾਂ ਦੇ ਲੋਕ ਸਨ। ਔਰ ਇਸ ਦਾ ਸਬੂਤ ਇਹ ਹੈ ਕਿ ਗੱਡੇ ਤੇ ਜਾ ਰਹੇ ਸੀ ਇਹ ਇੱਥੇ ਵਿਸਾਖੀ ਮਨਾਉਣ ਵਾਸਤੇ ਦਮਦਮਾ ਸਾਹਿਬ,
ਜਿਹੜਾ ਕਿ ਜਾ ਕੇ ਬਠਿੰਡੇ ਦੇ ਕੋਲ ਹੈ, ਉੱਥੇ ਜਾ ਰਹੇ ਸੀ ਇਹ। ਤਾਂ ਇਹਨਾਂ ਦੇ ਕੋਲੇ ਅੱਛਾ, ਫਿਰ ਇਹਨਾਂ ਦੇ ਬੱਚੇ ਨੌਜਵਾਨ ਸੀ ਸਾਰੇ, ਇਹਨਾਂ ਦੇ ਬੱਚੇ ਛੋਟੇ ਛੋਟੇ ਸਨ। ਪ੍ਰੀਤਮ ਸਿੰਘ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਉਹਦਾ 12-13 ਸਾਲ ਦਾ ਦੀ ਕੁੜੀ ਸੀ ਸਾਰਿਆਂ ਤੋਂ ਵੱਡੀ, ਤੇ ਪਤਾ ਨਹੀਂ ਛੋਟੇ ਬੱਚੇ ਕਿੰਨੇ ਕੁ ਛੋਟੇ ਹੋਣਗੇ। ਕਿਸੇ ਕੋਲੇ ਇੰਨੀ ਸਮਰੱਥਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਕੁਝ ਕਰ ਸਕਦਾ। ਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਦਬਦਬਾ ਬਹੁਤ ਸੀਗਾ, ਕਿਉਂਕਿ ਇਹ ਜਿਹੜੀ ਉਹ ਐਮਰਜੈਂਸੀ ਦੀ ਲੜਾਈ ਲੜ ਕੇ ਤੇ ਉਸ ਤੋਂ ਬਾਅਦ ਇਹ ਆਇਆ ਸੀ। ਤੇ ਇਹ ਮਾਨ ਵੀ ਆਪਣਾ ਇਹ ਸਮਝਦਾ ਸੀਗਾ ਕਿ ਮੈਂ ਬੜਾ ਸਿੱਖ ਹਾਂ, ਤੇ ਮੈਂ ਬੜਾ ਖਾਨਦਾਨੀ ਆਦਮੀ ਹਾਂ, ਤੇ ਮੇਰੇ ਸਾਹਮਣੇ ਕੋਈ ਕੁਛ ਨਹੀਂ ਸਕਦਾ। ਸੋ ਇਸ ਤਰ੍ਹਾਂ ਦੇ ਇੱਕ ਰਲ ਮਿਲ ਕੇ ਇਹ ਉਸ ਵੇਲੇ ਇਹਨਾਂ ਨੇ ਪੈਗਾਮ ਗਰੁੱਪ ਵਾਲਿਆਂ ਨੇ ਵੀ ਇਸ ਦੇ ਬਾਰੇ ਇਨਕੁਆਇਰੀ ਕੀਤੀ ਸੀ। ਉਹ BK ਚੰਮ, ਹੁਣ ਕੱਲ ਪਰਸੋਂ ਅਖਬਾਰ ਤੋਂ ਹੀ ਪਤਾ ਲੱਗਿਆ, ਮੈਂ ਆਪਣੇ ਜਗਤਾਰ ਸਿੰਘ ਨਾਲ ਵੀ ਗੱਲ ਕੀਤੀ ਸੀ, ਜਿਹੜੇ ਉਸਦੇ ਉਸ ਵੇਲੇ ਕੁਲੀਗ ਹੁੰਦੇ ਸਨ ਇੰਡੀਅਨ ਐਕਸਪ੍ਰੈਸ ਦੇ ਵਿੱਚ। BK ਚੰਮ ਨੇ ਵੀ ਕਵਰ ਕੀਤਾ ਸੀ, ਔਰ BK ਚੰਮ ਨੂੰ ਵੀ ਇਸਨੇ ਇਹੀ ਲਫ਼ਜ਼ ਕਹੇ ਸਨ ਕਿ ਜੀ ਮੈਂ ਫੌਜਾਂ ਦਾ ਜਰਨੈਲ ਹਾਂ, ਮੈਂ ਜੋ ਕੀਤਾ ਠੀਕ ਕੀਤਾ। ਤੇ ਮੈਨੂੰ ਅਫਸੋਸ ਇਸ ਗੱਲ ਦਾ ਹੋਇਆ ਸੀ ਉਸ ਵੇਲੇ ਕਿ 1 ਸਾਲ ਬਾਅਦ ਤਾਂ ਬੰਦੇ ਨੂੰ ਥੋੜਾ ਜਿਹਾ ਲੱਗਦਾ ਵੀ ਮੈਂ ਕੀ ਕਰ ਬੈਠਾ। ਆਪਣੇ ਹੱਥੀਂ ਬੰਦੇ ਮਾਰਨਾ, ਤੁਸੀਂ ਮੁਰਗਾ ਮਾਰਦੇ ਆ ਆਪਾਂ, ਤਾਂ ਆਪਾਂ ਨੂੰ ਥੋੜਾ ਜਿਹਾ ਅਫਸੋਸ ਹੁੰਦਾ। ਤੇ ਬੰਦੇ ਮਾਰ ਕੇ ਇਹਨੂੰ ਰਿਪੈਂਟੈਂਸ ਹੀ ਕੋਈ ਨਹੀਂ, ਇਹਨੂੰ ਅਫਸੋਸ ਹੀ ਨਹੀਂ ਵੀ ਇਹ ਬੰਦੇ ਮਾਰਤੇ ਇਸਨੇ। ਸੋ ਇਸ ਕਿਸਮ ਦਾ ਮੈਨੂੰ ਵੀ ਉਸ ਵੇਲੇ ਹੈਰਾਨੀ ਜੀ ਹੋਈ ਸੀਗੀ। ਤਾਂ ਇਹ ਹੈਗਾ ਜੀ ਉਹ ਸਾਰਾ ਇਨਸੀਡੈਂਟ। ਗੁਰਤੇਜ ਸਿੰਘ ਜੀ, ਇੱਕ ਹੋਰ ਚਰਚਾਵਾਂ ਮੈਂ ਪੜ੍ਹ ਰਿਹਾ ਸੀ, ਕਿਤੇ ਕਿਹਾ ਜਾ ਰਿਹਾ ਕਿ ਉਹਨਾਂ ਨਿਹੰਗ ਸਿੰਘਾਂ ਵੱਲੋਂ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਦੇ 'ਚ ਕੋਈ ਸੱਚਾਈ ਆ? ਨਹੀਂ, ਉਹ ਨਿਹੰਗ ਸਿੰਘ ਕਬਜ਼ਾ ਕਰਨ ਜੋਗੇ ਜੇ ਹੁੰਦੇ ਤਾਂ ਵਿਚਾਰੇ ਉਹ ਹੁਣ ਪਿੰਡ ਦੇ ਵਿੱਚ ਆ ਕੇ MLA ਦਾ ਪਿੰਡ ਹੈ, ਸਰਦਾਰ ਹਰਚਰਨ ਸਿੰਘ ਬਰਾੜ ਦਾ ਪਿੰਡ ਹੈ, ਜਿਹੜਾ ਕਿ ਬੜਾ ਪ੍ਰੋਮੀਨੈਂਟ ਪੋਲੀਟੀਸ਼ੀਅਨ ਆ ਉੱਥੋਂ ਦਾ। ਤੇ ਉਹ ਜਿਹੜਾ ਗੁਰਦੁਆਰਾ ਹੈਗਾ ਉਹ ਮਹੰਤਾਂ ਦਾ, ਉਹ ਮਹੰਤ ਆਪਣੇ ਆਪ ਸੀ। ਐਕਚੁਅਲੀ ਇਹਨੇ ਡਿਪਟੀ ਮਹੰਤ ਬਣਾਇਆ ਹੋਇਆ ਸੀਗਾ ਕੋਈ ਉੱਥੇ, ਉਹ ਮੈਨੇਜ ਕਰ ਰਿਹਾ ਸੀਗਾ। ਉੱਥੇ ਕਬਜ਼ਾ ਕਰਨ ਨੂੰ ਉਹਨਾਂ ਨੂੰ ਕੀ ਲੋੜ ਸੀ? ਨੇੜੇ ਤੇੜੇ ਪਿੰਡਾਂ ਦੇ ਉਹ ਲੋਕ ਸਨ, ਸਾਰੇ ਹਰਚਰਨ ਸਿੰਘ ਨੂੰ ਜਾਣਦੇ ਸਨ, ਸਾਰਿਆਂ ਨੂੰ ਹਰਚਰਨ ਸਿੰਘ ਜਾਣਦਾ ਸੀਗਾ। ਇਹ ਸਾਰੇ ਜਿਹੜੇ ਪਿੰਡ 2-3 ਮੈਂ ਤੁਹਾਨੂੰ ਦੱਸੇ ਨੇ ਨਾਂ, ਇਹ 5-7 ਮੀਲ ਦੇ ਏਰੀਏ ਦੇ ਵਿੱਚ ਉੱਥੇ ਹਨਗੇ ਨੇੜੇ ਨੇੜੇ। ਤਾਂ ਇਹ ਬਿਲਕੁਲ ਗਲਤ ਗੱਲ ਹੈ, ਕੋਈ ਕਬਜ਼ੇ ਦੀ ਗੱਲ ਨਹੀਂ ਸੀ। ਗੱਲ ਸਿਰਫ ਇੰਨੀ ਸੀ ਵੀ ਉਹਨਾਂ ਦੀ ਬਾਂਦਰੀ ਨੂੰ ਮਹੰਤ ਦੇ ਕੁੱਤੇ ਨੇ ਦੰਦੀ ਵੱਢ ਲਈ। ਇਸ ਤੋਂ ਤਕਰਾਰ ਸ਼ੁਰੂ ਹੋਈ ਸੀ ਤੇ ਇਸ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਸੀ ਬੜੇ ਸੌਖੇ, ਜੇ ਪੁਲਿਸ ਵਾਲੇ ਸਿਆਣੇ ਹੁੰਦੇ। ਕੋਈ ਸਿਆਣਾ ਸਬ ਇੰਸਪੈਕਟਰ ਭੇਜਦਾ ਜਾਂਦਾ ਜਾਂ ਕੋਈ ਇੰਸਪੈਕਟਰ ਭੇਜਦਾ ਜਾਂਦਾ, ਸੀਨੀਅਰ ਆਫਿਸਰ ਆ ਜਾਂਦਾ, ਤਾਂ ਉਸਨੇ ਬੁਲਾ ਕੇ ਸਾਰਾ ਮਸਲਾ ਹੱਲ ਕਰ ਦੇਣਾ ਸੀ 1 ਮਿੰਟ ਦੇ ਵਿੱਚ। ਲੇਕਿਨ ਇਹ ਕਬਜ਼ੇ ਦੀ ਗੱਲ ਬਾਅਦ ਦੇ ਵਿੱਚ ਬਣਾਈ ਇਹਨਾਂ ਨੇ, ਆਪਣੀ ਫਾਇਰਿੰਗ ਜਸਟੀਫਾਈ ਕਰਨ ਵਾਸਤੇ, ਮਾਰਨ ਵਾਸਤੇ ਲੋਕਾਂ ਨੂੰ। ਪਰ ਇੱਕ ਗੱਲ ਗੁਰਤੇਜ ਸਿੰਘ ਜੀ, ਹੋਰ ਸਵਾਲ ਉੱਠਦਾ ਹੈ, ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਹਮਾਇਤੀ ਨੇ, ਜਾਂ ਕਹਿ ਲਓ ਕਿ ਜਿਹੜੇ ਚਾਹੁੰਦੇ ਨੇ ਕਿ ਸਿੱਖ ਪੰਥ ਦੀ ਆਵਾਜ਼ ਜਿਹੜੀ ਆ ਉਹ ਸੰਸਦ ਤੱਕ ਪਹੁੰਚੀ, ਉਹ ਕਹਿੰਦੇ ਮਾਨ ਸਾਹਿਬ ਸਿਲੈਕਟ ਹੋ ਗਏ ਤੇ ਹੁਣ ਉੱਥੇ ਆਵਾਜ਼ ਚੁੱਕੀ ਜਾਏਗੀ। ਉਹ ਵੀ ਸਵਾਲ ਚੁੱਕਦੇ ਨੇ ਕਿ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਪੰਥਕ ਸਿਆਸਤ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਵਿਚਰੇ ਵੀ, ਬਹੁਤ ਕੁਝ ਇਹੋ ਜਿਹਾ ਹੋਇਆ ਸਿਆਸਤ ਦੇ ਵਿੱਚ, ਪਰ ਫਿਰ ਵੀ ਕਦੇ ਇਹ ਮੁੱਦਾ ਨਹੀਂ ਬਣਿਆ। ਹੁਣ ਮੁੱਦਾ ਬਣਾਉਣ ਦਾ ਕਾਰਨ ਕੀ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਕੋਈ, ਜਿਵੇਂ ਮੈਂ ਪਹਿਲਾਂ ਕਿਹਾ, ਕਿ ਕੋਈ ਪ੍ਰੋਪੇਗੰਡਾ ਆ ਕਿ ਉਸ ਮੁੱਦੇ ਨੂੰ ਹੁਣ ਉਭਾਰਿਆ ਜਾ ਰਿਹਾ? 2011 ਚ ਤੁਹਾਡਾ ਆਰਟੀਕਲ ਛਪਿਆ, ਉਸ ਤੋਂ ਬਾਅਦ ਕਦੇ ਵੀ ਗੱਲ ਨਹੀਂ ਹੋਈ ਇਹਦੇ ਬਾਰੇ ਮੇਰੇ ਖਿਆਲ ਚ। ਨਹੀਂ, ਮੇਰੇ ਖਿਆਲ ਦੇ ਵਿੱਚ ਗੱਲ ਤਾਂ ਗਾਹੇ ਬਗਾਹੇ ਚੱਲਦੀ ਰਹੀ ਹੈ, ਇਸ ਤਰ੍ਹਾਂ ਹਾਈਲਾਈਟ ਨਹੀਂ ਹੋਈ ਜਿਸ ਤਰ੍ਹਾਂ ਅੱਜ ਹੋ ਰਹੀ ਹੈ। ਔਰ ਇਸ ਦਾ ਕਾਰਨ ਸਾਫ਼ ਹੈ ਕਿ ਜਿਹੜੀ ਇੱਥੇ ਆਪਣੀ ਰੂਲਿੰਗ ਪਾਰਟੀ ਹੈ ਇਸ ਵੇਲੇ, ਔਰ ਉਹ ਕੇਜਰੀਵਾਲ ਦਾ ਜਿਹੜੀ ਪਾਰਟੀ ਹੈਗੀ, ਉਹ ਭਗਤ ਸਿੰਘ ਨੂੰ ਇੱਕ ਬਹੁਤ ਵੱਡਾ ਸ਼ਹੀਦ ਤੇ ਬਹੁਤ ਸ਼ਹੀਦ ਆਜ਼ਮ ਸਮਝਦੇ ਨੇ। ਔਰ ਮਾਨ ਨੇ ਉਸ ਦੇ ਬਰਖਲਾਫ ਬਿਆਨ ਦਿੱਤਾ ਕਿ ਜੀ ਇਹ ਕੋਈ ਸ਼ਹੀਦ ਨਹੀਂ ਸੀ, ਇਹਦਾ ਅੱਤਵਾਦੀ ਸੀ। ਹੁਣ ਇਹ ਅੱਤਵਾਦੀ ਲਫ਼ਜ਼ ਇਸ ਨੂੰ ਵਰਤਣਾ ਨਹੀਂ ਸੀ ਚਾਹੀਦਾ। ਉਸਦਾ ਉਹ ਗੱਲ ਕਹਿਣੀ ਸੀ ਤਾਂ ਹੋਰ ਤਰੀਕੇ ਨਾਲ ਕਹੀ ਜਾ ਸਕਦੀ ਸੀ। ਲੇਕਿਨ ਇਸ ਨੇ ਇਹ ਕੰਟਰੋਵਰਸੀ ਰੇਜ਼ ਕਰਦਾ, ਹਰ ਵਾਰੀ ਕਿਸੇ ਵੀ ਇਸ਼ੂ ਦੇ ਉੱਤੇ ਕੰਟਰੋਵਰਸੀ ਖੜੀ ਕਰਦਾ ਹੈ। ਇਹ ਉਸ ਦਾ ਕੋਈ ਹੱਲ ਨਹੀਂ ਚਾਹੁੰਦਾ। ਇਸ ਮੈਂਟੈਲਿਟੀ ਦੇ ਅਧੀਨ ਇਸ ਨੇ ਉਹ ਇੱਕ ਬੜਾ ਤਗੜਾ ਜਿਹਾ ਬਿਆਨ ਦੇਤਾ। ਹੁਣ ਉਸ ਬਿਆਨ ਤੋਂ ਲੋਕਾਂ ਦਾ, ਹੁਣ ਇਸ ਦੇ ਨਾਲ ਕੀ ਹੋਇਆ ਕਿ ਜਿਹੜੇ ਬੱਚੇ ਅੱਜ ਕੱਲ੍ਹ ਦੇ ਨਵੇਂ ਆਉਣਗੇ, ਜਿਹੜੇ ਕੁਛ ਇਸ ਦੇ ਪ੍ਰਭਾਵ ਹੇਠ ਵੀ ਹੋਣਗੇ, ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਤਾਬਾਂ ਵਗੈਰਾ ਫਲੋਣੀਆਂ ਸ਼ੁਰੂ ਕਰਤੀਆਂ ਕਿ ਭਗਤ ਸਿੰਘ ਐਕਚੁਅਲੀ ਸੀ ਕੀ ਚੀਜ਼। ਤਾਂ ਉਹ ਭਗਤ ਸਿੰਘ ਦੀ ਜਿਹੜੀ ਛਵੀ ਇਹ ਸਰਕਾਰ ਬਣਾ ਰਹੀ ਹੈ,
ਉਸ ਛਵੀ ਨੂੰ ਸਸਟੇਨ ਨਹੀਂ ਕੀਤਾ ਜਾ ਸਕਦਾ ਤਾਂ ਹੁਣ ਉਸ ਦੇ ਉੱਤੇ ਆਰਗੂਮੈਂਟ ਨਹੀਂ ਹੋ ਸਕਦੀ, ਕਿਉਂਕਿ ਇਹ ਆਰਗੂਮੈਂਟ 2000 ਦੇ ਵਿੱਚ ਹੋਈ ਸੀ। ਔਰ ਉਸ ਸਮੇਂ ਮੈਂ ਉਹ ਸਾਰੀ ਕੁਝ ਜਿਹੜੀ ਵੀ ਸੀ ਬਹਿਸ ਚੱਲੀ ਸੀ ਬੜੀ ਲੰਮੀ ਚੌੜੀ, ਔਰ ਉਹ ਸਾਰੀ ਮੈਂ ਇਸ ਕਿਤਾਬ ਦੇ ਵਿੱਚ ਸਮ ਅਪ ਕੀਤੀ ਹੋਈ ਹੈ। ਤਾਂ ਇਹ ਦੁਬਾਰੇ ਇਹ ਕੰਟਰੋਵਰਸੀਆਂ ਨਹੀਂ ਚਲਦੀਆਂ ਹੁੰਦੀਆਂ, ਲੇਕਿਨ ਇਹਨਾਂ ਨੇ ਇਹ ਸੋਚਿਆ ਕਿ ਜਿਹੜੀ ਇਹ ਕੰਟਰੋਵਰਸੀ ਹੈਗੀ ਇਸ ਦੇ ਵਿੱਚ ਸਾਡਾ ਨੁਕਸਾਨ ਹੋਏਗਾ ਸਰਕਾਰ ਦਾ, ਜਿਹੜੇ ਅਸੀਂ ਰਣਜੀਤ ਸਿੰਘ ਦੀ ਤਸਵੀਰ ਨੂੰ ਲਾ ਕੇ ਭਗਤ ਸਿੰਘ ਦੀ ਤਸਵੀਰ ਲਾਈ ਹੋਈ ਹੈ, ਕਿਉਂਕਿ ਅਸੀਂ ਇਸ ਨੂੰ ਪੰਜਾਬ ਦਾ ਹੀਰੋ ਔਰ ਸ਼ਹੀਦ ਆਜ਼ਮ ਪ੍ਰਚਾਰਨਾ ਚਾਹੁੰਦੇ ਹਾਂ। ਤਾਂ ਉਹਨਾਂ ਨੇ ਇਸ ਤੋਂ ਡਾਇਵਰਟ ਕਰਨ ਵਾਸਤੇ ਇਹ ਸਰਦਾਰ ਜਗਮੋਹਨ ਸਿੰਘ ਪਹਿਲਾਂ ਵੀ ਕਾਫੀ ਸੇਵਾ ਸਰਕਾਰ ਦੀ ਇਸ ਤਰ੍ਹਾਂ ਕਰ ਚੁੱਕੇ ਨੇ। ਇਹਨਾਂ ਨੇ ਜਿਸ ਵੇਲੇ ਮਹਾਰਾਣੀ ਐਲਿਜ਼ਬeth ਨੇ ਆਉਣਾ ਸੀ ਜਲਿਆਂਵਾਲੇ ਬਾਗ ਤੇ ਦਰਬਾਰ ਸਾਹਿਬ, ਉਸ ਵੇਲੇ ਵੀ ਇਹਨਾਂ ਨੇ ਕਾਫੀ ਵਾਵੜਾ ਕਰਕੇ ਤੇ ਉਸ ਦੀ ਵਿਜ਼ਿਟ ਨੂੰ ਨਿਰਾਰਥਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਭਗਤ ਸਿੰਘ ਦੇ ਭਤੀਜੇ ਜਾਂ ਰਿਸ਼ਤੇਦਾਰ ਹੋਣਗੇ ਤੇ ਇਹ ਸਮਝਣ ਮੇਰੇ ਕੋਲ ਠੇਕਾ ਹੈ ਉਹਨਾਂ ਦਾ, ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਤੇ ਹੁਣ ਉਹਨਾਂ ਨੇ ਸ਼ਾਇਦ ਦਿੱਤਾ ਇਹਨਾਂ ਨੂੰ, ਜਾਂ ਇਹਨਾਂ ਨੇ ਪ੍ਰੈਸ ਵਾਲਿਆਂ ਨੇ ਆਪਣੇ ਆਪ ਲੱਭ ਲਿਆ, ਇਹ ਆਰਟੀਕਲ ਇਹਨਾਂ ਦੇ ਅੜਿੱਕੇ ਆ ਗਿਆ ਤੇ ਇਹਨਾਂ ਨੇ ਇਸ ਨੂੰ ਵਰਤ ਲਿਆ ਤੇ ਸੈਂਸਲੈਸਲੀ ਬਿਨਾਂ ਸੋਚੇ ਸਮਝੇ ਇਹ ਮਾਨ ਹੋਰਾਂ ਨੇ ਜਿਹੜੀ ਸਾਰੀ ਬਹਿਸ ਨੂੰ ਦੂਸਰੇ ਪਾਸੇ ਪਾ ਲਿਆ। ਹਾਲਾਂਕਿ ਇਹ ਬਹਿਸ ਇੱਥੇ ਹੀ ਰਹਿਣੀ ਚਾਹੀਦੀ ਸੀ ਕਿ ਕੀ ਵਾਕਈ ਭਗਤ ਸਿੰਘ ਇੰਨਾ ਕਾਬਲ ਸੀਗਾ ਔਰ ਇੰਨੀ ਚੀਜ਼ ਸੀਗੀ ਵੱਡੀ ਕਿ ਰਣਜੀਤ ਸਿੰਘ, ਜਿਸ ਨੂੰ ਸਾਰੀ ਦੁਨੀਆ ਅੱਜ ਮਨਜ਼ੂਰ ਕਰਦੀ ਹੈ ਵੀ ਸਾਰਿਆਂ ਤੋਂ ਵਧੀਆ ਬਾਦਸ਼ਾਹ ਲੋਕਾਂ ਦਾ ਲੀਡਰ ਜਿਹੜਾ ਹੋਇਆ ਰਣਜੀਤ ਸਿੰਘ ਹੋਇਆ ਹੈ। ਬਾਦਸ਼ਾਹ ਤਾਂ ਮੈਂ ਉਹਨੂੰ ਨਹੀਂ ਕਹਿੰਦਾ, ਲੇਕਿਨ ਲੀਡਰ ਜਿਹੜਾ ਹੋਇਆ ਲੋਕਾਂ ਦਾ ਉਹ ਸਾਰਿਆਂ ਤੋਂ ਵੱਡਾ ਰਣਜੀਤ ਸਿੰਘ ਹੋਇਆ ਹੈ। ਤਾਂ ਉਸ ਦੀ ਤਸਵੀਰ ਲਾ ਕੇ ਤੁਸੀਂ ਭਗਤ ਸਿੰਘ ਦੀ ਲਾਈ ਜਾਂਦੇ ਹੋ, ਇਸ ਦੇ ਉੱਤੇ ਬਹਿਸ ਹੋਣੀ ਚਾਹੀਦੀ ਸੀ। ਲੇਕਿਨ ਇਸ ਨੇ ਆਪਣੇ ਆਪ ਹੀ ਆਪਣੀ ਖੋਰੀ ਵਰਤੀ ਕਾਰਨ ਇਹ ਬੜਾ ਖੋਰ ਰੱਖਦਾ ਹੈ ਲੋਕਾਂ ਦੇ ਨਾਲ, ਈਰਖਾ ਵਗੈਰਾ। ਤੇ ਖੈਰ ਚਲੋ, ਇਸ ਨੇ ਜੋ ਵੀ ਕੀਤਾ ਉਸ ਹਿਸਾਬ ਨਾਲ ਇਸ ਨੇ ਉਸ ਬਹਿਸ ਨੂੰ ਡਾਇਵਰਟ ਕਰਨ ਦੇ ਵਿੱਚ ਸਰਕਾਰ ਦੀ ਜਾਂ ਏਜੰਸੀ ਜਾਂ ਪ੍ਰੈਸ ਦੀ ਜਾਂ ਜਿਹੜੇ ਲੋਕ ਵੀ ਚਾਹੁੰਦੇ ਨੇ ਕਿ ਇਹ ਬਹਿਸ ਨਾ ਚੱਲੇ, ਉਹਨਾਂ ਦੀ ਮਦਦ ਕੀਤੀ ਹੈ। ਜੀ, ਹੁਣ ਗੱਲ ਗੁਰਤੇਜ ਸਿੰਘ ਜੀ ਉਸ ਮੁੱਦੇ ਦੀ ਕਰਦੇ ਆ ਜਿਹੜੇ ਮੁੱਦੇ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਨੇ ਵੋਟਾਂ ਬਟੋਰੀਆਂ। ਬੰਦੀ ਰਿਹਾਈ ਦੀ ਗੱਲ, ਪਹਿਲਾਂ ਇਹ ਬਾਦਲਾਂ ਦੇ ਉੱਤੇ ਸਵਾਲ ਚੁੱਕਦੇ ਰਹੇ ਕਿ ਤੁਸੀਂ ਲੋਕ ਸਭਾ ਦੇ ਵਿੱਚ ਹੋ, ਤੁਸੀਂ ਕਿੱਦਾਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੇ ਕਿਹੜੇ ਕਦਮ ਚੁੱਕੇ, ਦੱਸੋ ਤੁਸੀਂ ਕੀ ਕੀਤਾ, ਅਸੀਂ ਜਾਵਾਂਗੇ, ਜਾ ਕੇ ਉੱਥੇ ਮੁੱਦੇ ਚੁੱਕਾਂਗੇ। ਪਰ ਹੁਣ ਸਵਾਲ ਉੱਥੇ ਹੀ ਉੱਠ ਕਿ ਮਾਨ ਸਾਹਿਬ ਉੱਥੇ ਜਾ ਕੇ ਕੀ ਖਾਲਿਸਤਾਨ ਦੇ ਉੱਤੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਦਾ ਸਟੈਂਡ ਰੱਖੋਗੇ? ਭਾਵੇਂ ਬਾਦਲ ਪਰਿਵਾਰ ਵੱਲੋਂ ਜਿਹੜੀਆਂ ਤਖਤੀਆਂ ਚੱਕ ਕੇ ਕੇਂਦਰੀ ਮੰਤਰੀਆਂ ਨੂੰ, ਗ੍ਰਹਿ ਮੰਤਰੀ ਨੂੰ ਜਾਂ ਰੱਖਿਆ ਮੰਤਰੀ ਨੂੰ ਜਾਂ ਕੇਂਦਰ ਸਰਕਾਰ ਨੂੰ ਦਿਖਾਈਆਂ ਜਾ ਰਹੀਆਂ, ਪਰ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸੁਰਕਦੀ। ਉਹ ਇਸ ਕਰਕੇ ਏਦਾਂ ਲੱਗਦਾ ਕਿ ਉਹ ਜਿਹੜੀ ਕੇਂਦਰ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਸਾਡੀ ਕਠਪੁਤਲੀ ਕੋਈ ਸਿੱਖ ਆਗੂ ਅੱਗੇ ਆਵੇ ਜਿਹਦੇ ਜ਼ਰੀਏ ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈਏ ਤੇ ਉਹਦੇ ਜ਼ਰੀਏ ਹੀ ਪੰਜਾਬ ਦੇ ਸਿੱਖਾਂ ਦੇ ਮਸਲਿਆਂ ਨੂੰ ਉਭਾਰ ਕੇ ਉਹਨਾਂ ਦੇ ਹੱਲ ਨੂੰ, ਉਹਨਾਂ ਨੂੰ ਮਤਲਬ ਕਿ ਹੱਲ ਕੱਢਿਆ ਜਾਵੇ। ਬੰਦੀ ਸਿੰਘਾਂ ਨੂੰ ਰਿਹਾ ਕਰਨ ਨੂੰ ਵੀ ਕਹਿੰਦੇ ਤਿਆਰ ਬੈਠੇ ਨੇ। ਇਦਾਂ ਦੀਆਂ ਚਰਚਾਵਾਂ ਨੇ। ਤੁਸੀਂ ਬੜੀਆਂ ਦੂਰ ਦੀਆਂ ਸੋਚ ਰਹੇ ਹੋ, ਔਰ ਕਿਉਂਕਿ ਤੁਸੀਂ ਪੰਜਾਬ ਦੇ ਹਮਦਰਦ ਹੋ ਇਸ ਕਰਕੇ ਤੁਹਾਨੂੰ ਇਹ ਗੱਲਾਂ ਸੁਝਦੀਆਂ ਨੇ। ਲੇਕਿਨ ਮੈਨੂੰ ਇਹ ਸਾਰਾ ਜਿਹੜਾ ਪਿਛਲੇ 30-40 ਸਾਲਾਂ ਤੋਂ ਮੈਂ ਪੰਜਾਬ ਦੀ ਸਿਆਸਤ ਨੂੰ ਦੇਖ ਰਿਹਾ, ਮੈਨੂੰ ਸਾਰਾ ਕੁਝ ਸਪਸ਼ਟ ਹੈ ਕਿ ਇਹ ਲੋਕ ਸਿੱਖਾਂ ਨੂੰ ਦਬਾ ਕੇ, ਸਿੱਖਾਂ ਨੂੰ ਸਿੱਖੀ ਦੇ ਯਾਨੀ ਕਿ ਜਿਵੇਂ ਉਹ ਕਹਿੰਦੇ ਸੀ ਨਾ ਕਿ ਮੱਛਰ ਰਹੇਗਾ ਮਲੇਰੀਆ ਨਹੀਂ, ਸਿੱਖਾਂ ਦੇ ਵਿੱਚੋਂ ਸਿੱਖੀ ਕੱਢ ਕੇ ਤੇ ਇਹ ਇੱਥੇ ਰਾਜ ਕਰਨਾ ਚਾਹੁੰਦੇ ਆ। ਔਰ ਇਸ ਕਰਕੇ ਇਹ ਲੋਕ ਇੰਨੀ ਸਹੂਲਤਾਂ ਦੇ ਨਾਲ ਨਹੀਂ ਸੋਚਦੇ ਪੰਜਾਬ ਦੇ ਬਾਰੇ ਜਿੰਨਾ ਤੁਸੀਂ ਸੋਚ ਰਹੇ ਹੋ। ਇਹ ਮਸਲਾ ਹੱਲ ਨਹੀਂ ਹੋਣਾ, ਇਹ ਹੱਲ ਸਿਰਫ ਸ਼ਕਤੀ ਨਾਲ ਹੋਣਾ ਹੈ। ਔਰ ਉਹ ਸ਼ਕਤੀ ਜਿਹੜੀ ਹੈਗੀ ਸਾਡੇ ਕੋਲੇ 1990 ਦੇ ਵਿੱਚ ਆਈ ਸੀ, ਜਿਸ ਵੇਲੇ 1999 ਦੇ ਇਲੈਕਸ਼ਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਬੰਦੇ ਹਾਰ ਗਏ ਸਨ ਤੇ ਇਹ ਅਕਾਲੀ ਦਲ ਦੇ ਬੰਦੇ ਜਿੱਤ ਗਏ ਸਨ। ਉਸ ਵੇਲੇ ਮਾਨ ਪ੍ਰਧਾਨ ਸੀ ਔਰ ਇਸ ਨੂੰ ਚਾਹੀਦਾ ਸੀ ਕਿ ਉਸ ਸ਼ਕਤੀ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਕਨਫਰੰਟ ਕਰਦਾ ਔਰ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਕੇ ਵਿਧਾਨ ਸਭਾ ਦੇ ਵਿੱਚ ਕਬਜ਼ਾ ਕਰਕੇ ਤੇ ਫਿਰ ਆਪਣੀਆਂ ਟਰਮਸ ਡਿਕਟੇਟ ਕਰਦਾ। ਲੇਕਿਨ ਇਸ ਨੇ ਤਾਂ ਉਸ ਵੇਲੇ ਵੀ ਸਾਰੀ ਦੀ ਸਾਰੀ ਸ਼ਕਤੀ ਨੂੰ ਜ਼ਾਇਆ ਕਰਤਾ, ਫਿਲਟਰ ਅਵੇ ਕਰਤਾ। ਮੇਰਾ ਆਪਣਾ ਖਿਆਲ ਹੈ ਕਿ ਇਸ ਨੇ ਕਿਸੇ ਸਾਜ਼ਿਸ਼ ਜਾਂ ਕਿਸੇ ਐਗਰੀਮੈਂਟ ਦੇ ਅਧੀਨ ਇਹ ਕੀਤਾ, ਕਿਉਂਕਿ ਜਿਸ ਵੇਲੇ ਇਹ ਛੁੱਟ ਕੇ ਆਇਆ ਤਾਂ ਉਸ ਤੋਂ 3 ਮਹੀਨੇ ਪਹਿਲਾਂ
ਇਸਨੇ ਇੱਕ ਐਫੀਡੇਵਿਟ ਦਿੱਤਾ ਹੈ ਇਹਨੂੰ ਚੀਫ ਜਸਟਿਸ ਆਫ ਇੰਡੀਆ ਨੂੰ, ਜਿਹੜਾ ਕਿ ਮੈਂ ਆਪਣੀ ਇਸ ਕਿਤਾਬ ਦੇ ਵਿੱਚ 2000 ਤੋਂ ਛਾਪਦਾ ਚਲਿਆ ਆ ਰਿਹਾ। ਉਹ ਐਫੀਡੇਵਿਟ ਹੈ। ਇਹ ਐਫੀਡੇਵਿਟ ਆਇਆ ਸੀਗਾ ਤੇ ਇਸਨੇ ਸਾਨੂੰ, ਮੈਂ ਉਸ ਵੇਲੇ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਸੀ ਅਕਾਲੀ ਦਲ ਦੇ ਵਿੱਚ, ਇਹ ਐਫੀਡੇਵਿਟ ਆਇਆ ਸੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਇਸ ਨੂੰ ਅਖਬਾਰ ਦੇ ਵਿੱਚ ਛਪਵਾਓ। ਯਾਨੀ ਕਿ ਇਹ ਇੱਕ ਕੰਡੀਸ਼ਨ ਸੀ ਇਸ ਨੂੰ ਰਿਲੀਜ਼ ਕਰਨ ਦੀ ਕਿ ਐਫੀਡੇਵਿਟ ਦੇ ਕਿ ਮੈਂ ਇਸ ਦੇ ਵਿੱਚ ਲਿਖਿਆ ਹੋਇਆ ਕਿ ਆਈ ਰੀਇਟਰੇਟ ਮਾਈ ਐਲੀਜੀਅੰਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ and stand by the integrity of the country. I do not believe in the practice of terrorism. I have served the government well and faithfully. I am a much misunderstood man. यानी इस तरह ਦੀਆਂ ਲਿਖੜੀਆਂ ਕੱਢੀਆਂ ਹੋਈਆਂ ਸਨ ਆਪਣੀ ਰਿਲੀਜ਼ ਵਾਸਤੇ। ਮੈਂ ਇਸ ਨੂੰ ਤੌਰ ਦੇ ਗੁਰਤੇਜ ਸਿੰਘ ਜੀ ਮੈਨੂੰ ਮਾਫ ਕਰਿਓ, ਮੈਂ ਚਾਹੁੰਦਾ ਕਿ ਤੁਸੀਂ ਜਿਹੜਾ ਅੰਗਰੇਜ਼ੀ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਉਹਨੂੰ ਪੰਜਾਬੀ ਵਿੱਚ ਵੀ ਤਰਜਮਾ ਕਰ ਦਿਓ। ਇਹ ਪੰਜਾਬੀ ਦੇ ਵਿੱਚ ਮੈਂ ਤਰਜਮਾ ਕਰਕੇ ਆਪਣੀ ਫੇਸਬੁੱਕ ਦੇ ਉੱਤੇ ਪਾਇਆ ਹੋਇਆ ਕਈ ਸਾਲ ਪਹਿਲਾਂ। ਉਹ ਕਿਸੇ ਨੂੰ ਜੇ ਲੋਕਾਂ ਕੋਲ ਪੜ੍ਹਨ ਦਾ ਟਾਈਮ ਨਹੀਂ ਹੁੰਦਾ ਅੱਜ ਕੱਲ੍ਹ, ਉਹ ਹਲਕੀਆਂ ਫੁਲਕੀਆਂ ਚੀਜ਼ਾਂ ਪੜ੍ਹਦੇ ਨੇ, ਤੇ ਇਹ ਟ੍ਰਾਂਸਲੇਟ ਕਰਕੇ ਮੈਂ ਪਾਇਆ ਹੋਇਆ ਆਲਰੇਡੀ। ਤੇ ਇਸ ਉਹ ਦੁਬਾਰੇ ਮੈਂ ਤੁਹਾਨੂੰ ਭੇਜ ਦਿਆਂਗਾ ਜੇ ਤੁਹਾਨੂੰ ਜ਼ਰੂਰਤ ਸਮਝੋ ਤੁਸੀਂ। ਸੋ ਇਹ ਜਿਹੜਾ ਹੁਣ ਵੀ ਤੁਸੀਂ ਦੇਖੋ ਕਿ ਪਹਿਲਾਂ ਤਾਂ ਅਨਾਊਂਸਮੈਂਟ ਇਸਨੇ ਇਹ ਕੀਤੀ ਕਿ ਜੀ ਮੈਂ ਕਿਰਪਾਨ ਲੈ ਕੇ ਜਾਵਾਂਗਾ ਪਾਰਲੀਮੈਂਟ ਦੇ ਵਿੱਚ। ਫਿਰ ਇਹ ਸਹੁੰ ਚੁੱਕਣ ਵਾਸਤੇ ਚਲਾ ਗਿਆ ਤੇ ਉੱਥੇ ਜਾ ਕੇ ਸਹੁੰ ਚੁੱਕੀ, ਜਿਹੜੀ ਨੈਚੁਰਲੀ ਜਿਹੜੀ ਸਹੁੰ ਹੈਗੀ ਉਹੀ ਚੁੱਕਣੀ ਸੀਗੀ ਕਨਸਟੀਟਿਊਸ਼ਨ ਦੀ, ਤੇ ਬਾਹਰ ਨਿਕਲ ਕੇ ਫਿਰ ਕਹਿੰਦਾ ਜੀ ਮੈਂ ਖਾਲਿਸਤਾਨ ਦੇ ਹੱਕ ਦੇ ਵਿੱਚ ਹਾਂ। ਹੁਣ ਇਹੋ ਜਿਹੇ ਮਤਲਬ ਇਹ ਕਿਸ ਕਿਸਮ ਦੀ ਨੀਤੀ ਹੈ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ। ਸ਼ਾਇਦ ਇਸ ਦੇ ਜਿਹੜੇ ਦੋਸਤ ਮਿੱਤਰ ਹੋਣਗੇ ਉਹ ਸਮਝਾ ਸਕਦੇ ਹੋਣਗੇ। ਹੁਣ ਇਹਦੀ ਜਿਹੜੀ ਟਰਾਇਲ ਹੈ ਉੱਥੇ ਸ਼ੁਰੂ ਹੋਈ ਸੀਗੀ ਭਾਗਲਪੁਰ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ, ਤੇ ਉਸ ਤੋਂ ਬਾਅਦ 13 ਫਰਵਰੀ 1988 ਨੂੰ ਇਹਦਾ ਇੱਕ ਬਿਆਨ ਆਇਆ ਅਖਬਾਰ ਦੇ ਵਿੱਚੋਂ, ਜਿਹੜਾ ਕਿ 13 ਫਰਵਰੀ ਨੂੰ ਇਹ ਅਜੀਤ ਅਖਬਾਰ ਦੇ ਵਿੱਚ ਛਪਿਆ। ਔਰ ਉਸ ਦਾ ਇਹ ਸੀਗਾ ਕਿ ਸਿਮਰਨਜੀਤ ਸਿੰਘ ਮਾਨ ਦੀ ਅਦਾਲਤ ਵਿੱਚ ਸ਼ਿਕਾਇਤ ਕੀ ਕੀਤੀ ਹੈ ਇਹਨਾਂ ਨੇ ਕਿ ਜੇਲ੍ਹ ਅਧਿਕਾਰੀਆਂ ਨੇ 26 ਨੂੰ ਕੌਮੀ ਝੰਡੇ ਦਾ ਸਨਮਾਨ ਕਰਨ ਤੋਂ ਰੋਕਿਆ, ਕਿ 26 ਜਨਵਰੀ ਨੂੰ ਮੈਂ ਕੌਮੀ ਝੰਡੇ ਦਾ ਸਨਮਾਨ ਕਰਨਾ ਚਾਹੁੰਦਾ ਸੀ ਤੇ ਇਹਨਾਂ ਨੇ ਜੇਲ੍ਹ ਅਧਿਕਾਰੀਆਂ ਨੇ ਮੈਨੂੰ ਕਰਨ ਨਹੀਂ ਦਿੱਤਾ। ਯਾਨੀ ਕਿ ਇਹ ਇੱਕ ਕਿਸਮ ਦੀ ਉਹਨਾਂ ਨੂੰ ਇੱਕ ਰਹਿਮ ਦੀ ਅਪੀਲ ਸੀ ਕਿ ਜੀ ਮੈਂ ਤਾਂ ਬੜਾ ਵਫਾਦਾਰ ਤੇ ਲੇਕਿਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਖਾਲਿਸਤਾਨ ਦੇ, ਹੁਣ ਤੁਸੀਂ ਅੱਜ ਦੇ ਅਖਬਾਰ ਦੇ ਵਿੱਚ ਦੇਖਿਆ ਕਿ 3 ਮੁੰਡੇ ਇੱਥੋਂ ਦੇ ਜਿਹੜੇ ਫੜੇ ਗਏ ਸਨ ਨਵਾਂ ਸ਼ਹਿਰ ਦੇ, ਜਿਨ੍ਹਾਂ ਨੂੰ ਉਮਰ ਕੈਦ ਹੋ ਗਈ ਸੀ, ਉਹਨਾਂ ਦੇ ਵਿੱਚੋਂ ਉਹਨਾਂ ਦਾ ਕਸੂਰ ਇਹ ਸੀ ਕਿ ਉਹਨਾਂ ਕੋਲੇ ਖਾਲਿਸਤਾਨੀ ਲਿਟਰੇਚਰ ਪਾਇਆ ਗਿਆ ਸੀ। ਨਾ ਉਹਨਾਂ ਨੇ ਨਾਅਰੇ ਲਾਏ ਸਨ, ਨਾ ਉਹਨਾਂ ਨੇ ਕੋਈ ਕਾਰਵਾਈ ਕੀਤੀ ਸੀ, ਲਿਟਰੇਚਰ ਸੀ ਉਹਨਾਂ ਕੋਲੇ, ਉਹ ਫੜਿਆ ਗਿਆ ਸੀ, ਉਹਨਾਂ ਨੂੰ ਉਮਰ ਕੈਦ ਹੋ ਗਈ। ਇਹ ਖਾਲਿਸਤਾਨ ਦੇ ਨਾਅਰੇ ਲੋਕਾਂ ਨੂੰ ਤੋਂ ਲਵਾ ਕੇ ਉਹਨਾਂ ਨੂੰ ਉਮਰ ਕੈਦ ਕਰਵਾਈ ਜਾਂਦੇ ਆ, ਉਹਨਾਂ ਨੂੰ ਚਿੱਠੀਆਂ ਦੇ ਕੇ ਬਾਹਰ ਭੇਜੀ ਜਾਂਦੇ ਆ ਦੂਸਰੇ ਮੁਲਕਾਂ ਦੇ ਵਿੱਚ, ਉਹ ਸਾਰਾ ਕੁਝ ਕਰੀ ਜਾਂਦੇ ਆ। ਤੇ ਨਾਲ ਦੀ ਨਾਲ ਇਹ ਕਨਸਟੀਟਿਊਸ਼ਨ ਦੀ ਇੰਟੈਗ੍ਰਿਟੀ ਦੀ ਕੰਟਰੀ ਦੀ ਕਸਮ ਖਾਈ ਜਾਂਦੇ ਆ। ਹੁਣ ਇਹ ਇਸ ਤਰ੍ਹਾਂ ਦੀ ਜਿਹੜੀ ਪਾਲਿਸੀ ਹੈ, ਇਹ ਪਤਾ ਨਹੀਂ ਕਿਸੇ ਹਾਇਰ ਕਿਸਮ ਦੀ ਕੋਈ ਪੋਲਿਟਿਕਸ ਹੋਏਗੀ ਜਿਹੜੀ ਇਹਨਾਂ ਦੀ ਪਾਰਟੀ ਨੂੰ ਸਮਝ ਆਉਂਦੀ ਹੈ। ਮੈਨੂੰ ਤਾਂ ਇਸ ਬਾਰੇ ਬਹੁਤੀ ਸਮਝ ਨਹੀਂ ਆ ਰਹੀ। ਸੋ ਇਹ ਜਿਹੜੀ ਹੈਗੀ ਇਹ ਦੋਗਲਾਪਨ ਛੱਡ ਕੇ ਇੱਕ ਲੀਹ ਇਖਤਿਆਰ ਕਰਨੀ ਚਾਹੀਦੀ ਹੈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਪਹਾੜ ਦੇ ਨਾਲ ਟੱਕਰ ਮਾਰੋ ਤੇ ਤੁਸੀਂ ਸ਼ਹਾਦਤ ਪ੍ਰਾਪਤ ਕਰੋ। ਤੁਸੀਂ ਇੱਕ ਲੋਕਾਂ ਦੀ ਮਾਨਸਿਕਤਾ ਇਸ ਵੇਲੇ ਡਿਸਟਰਬਡ ਹੈ, ਲੋਕ ਔਰ ਵਾਜਬ ਤੌਰ ਤੇ ਡਿਸਟਰਬਡ ਹੈ, ਕਿਉਂਕਿ ਲੋਕਾਂ ਨੂੰ ਕੁਛ ਨਹੀਂ ਦਿਸ ਰਿਹਾ। ਉਹਨਾਂ ਨੇ ਇੱਕ ਪਾਰਟੀ ਨਵੀਂ ਚੁਣੀ ਸੀ ਇਹ ਸੋਚ ਕੇ ਵੀ ਸਾਡਾ ਮਸਲਾ ਹੱਲ ਕਰੇਗੀ, ਔਰ ਉਹ ਪਾਰਟੀ ਵੀ ਕੋਈ ਮਸਲੇ ਦੇ ਬਾਰੇ ਗੰਭੀਰ ਨਹੀਂ ਜਾਪਦੀ। ਤਾਂ ਹੁਣ ਇਹ ਟਾਈਮ ਸੀਗਾ ਕਿ ਇੱਕ ਪਾਰਟੀ ਆਪਣੀ ਬਣਾਉਂਦੇ। ਉਸ ਵੇਲੇ ਵੀ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, 5-10 ਮੈਂ ਆਰਟੀਕਲ ਵੀ ਲਿਖੇ ਕਿ ਜੀ ਇੱਕ ਭਰਤੀ ਕਰਕੇ ਚੋਣਾਂ ਕੀਤੀਆਂ ਜਾਣ ਤੇ ਅਕਾਲੀ ਦਲ ਦੁਬਾਰੇ ਰਿਵਾਈਵ ਕੀਤਾ ਜਾਵੇ। ਉਹ ਮੇਰੇ ਇਸ ਕਿਤਾਬ ਦੇ ਵਿੱਚ ਆਉਣਗੇ। ਤੇ ਉਹ ਜਿਹੜੇ ਆਰਟੀਕਲ ਸੀ ਉਸ ਵੇਲੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਦੇ ਸਨ। ਉਸ ਵੇਲੇ ਸਮਾਂ ਸੀਗਾ ਕਿ ਤੁਸੀਂ ਸਾਰੇ ਅਕਾਲੀ ਦਲ ਧਰਾਸ਼ਾਹੀ ਹੋ ਗਏ ਸੀ, ਇੱਕੋ ਹੀ ਰਹਿ ਗਿਆ ਸੀ,
ਉਸ ਦੀ ਭਰਤੀ ਕਰਕੇ ਚੋਣਾਂ ਕਰਵਾ ਲੈਂਦੇ ਔਰ ਵਿਧੀ ਦੇ ਅਨੁਸਾਰ ਇਹ ਅਕਾਲੀ ਦਲ ਨੂੰ ਰਿਵਾਈਵ ਕਰ ਲੈਂਦੇ ਤੇ ਤੁਹਾਡੀ ਸਿਆਸੀ ਸ਼ਕਤੀ ਕਾਇਮ ਰਹਿਣੀ ਸੀ ਤੇ ਉਹਦੇ ਨਾਲ ਤੁਸੀਂ ਲੋਕਾਂ ਦਾ ਭਲਾ ਜਿਹੜਾ ਕਰਨਾ ਚਾਹੁੰਦੇ ਸੀ ਕਰ ਸਕਦੇ। ਅੱਜ ਫਿਰ ਇੱਕ ਮੌਕਾ ਆਇਆ ਸੀ ਤੇ ਮੈਨੂੰ ਲੱਗਦਾ ਇਸ ਨੇ ਨਿਰਾਰਥਕ ਵਾਦ ਵਿਵਾਦ ਦੇ ਵਿੱਚ ਗਵਾ ਦੇਣਾ, ਕਿਤੇ ਕੌਮ ਨੂੰ ਲੈ ਕੇ ਨਹੀਂ ਜਾਣਾ। ਇਹ ਤਾਂ ਸਿਰਫ ਮਕਸਦ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦਾ ਜਾਪਦਾ ਹੈ, ਕੌਮ ਦੇ ਬਾਰੇ ਇਸ ਨੂੰ ਬਿਲਕੁਲ ਹੀ ਚਿੰਤਾ ਨਹੀਂ ਕਿਸੇ ਕਿਸਮ ਦੀ। ਜਿਵੇਂ ਪਿਛਲੇ ਦਿਨਾਂ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਆ ਕੇ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਆ ਕੇ ਜਥੇਦਾਰ ਸਾਹਿਬ ਨੂੰ ਸੱਚ ਮੰਗ ਕੀਤੀ ਗਈ ਸੀ ਕਿ ਇਸ ਤਰ੍ਹਾਂ ਕਰ ਦਿੱਤਾ ਜਾਏ। ਕੀ ਲੱਗਦਾ ਕਿ ਉਹਦੇ ਵਿੱਚ ਅਕਾਲੀ ਦਲ ਇੱਕ ਪਾਸੇ ਤਾਂ ਜਿਹੜਾ ਅਕਾਲੀ ਦਲ ਬਾਦਲ ਕਿਹਾ ਜਾਂਦਾ, ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਹੈ, ਤੇ ਦੂਜੇ ਬੰਨੇ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉਹ ਵੀ ਇੱਕ ਤਰ੍ਹਾਂ ਦਾ ਉਸ ਪਾਰਟੀ ਦੇ ਉੱਤੇ ਕਾਬਜ਼ ਨੇ। ਅੱਜ ਤੱਕ ਕੋਈ ਵੀ ਪ੍ਰਧਾਨ ਦੀ ਚੋਣ ਜਾਂ ਪ੍ਰਧਾਨ ਹੋਰ ਨਹੀਂ ਲੱਗਿਆ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ। ਕੀ ਇਹ ਮਰਜ ਹੋ ਜਾਣਗੇ ਆਪਸ ਦੇ ਵਿੱਚ ਸਾਰੇ ਅਕਾਲੀ ਦਲ ਸਣੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਤੇ ਕੀ ਇਹਨਾਂ ਦੇ ਮਰਜ ਹੋਣ ਦੇ ਨਾਲ ਪੰਥਕ ਸਮੱਸਿਆਵਾਂ ਦਾ ਹੱਲ ਨਿਕਲ ਜਾਏਗਾ? ਨਹੀਂ ਜੀ, ਇਹ ਬਿਲਕੁਲ ਜਥੇਦਾਰ ਸਾਹਿਬ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ। ਜੇ ਉਹਨਾਂ ਨੂੰ ਕੋਈ ਜਿਹੜੇ ਜਥੇਦਾਰ ਮੰਨਦੇ ਨੇ ਉਹਨਾਂ ਵੱਲੋਂ ਮਿਸਗਾਈਡ ਕੀਤਾ ਜਾ ਰਿਹਾ ਹੈ। ਇਹ ਸੋਲੂਸ਼ਨ ਹੈ ਨਹੀਂ ਆਪਣੀ ਕੌਮ ਦਾ। ਇਹ ਜਿਹੜਾ ਅਕਾਲੀ ਦਲ ਸੀਗਾ ਉਹ ਸੋਲੂਸ਼ਨ ਸੀ ਸਾਡਾ। ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ 1996 ਦੇ ਵਿੱਚ ਅਕਾਲੀ ਦਲ ਨੂੰ ਖੇਤਰੀ ਪਾਰਟੀ ਤੋਂ ਮਨਫੀ ਕਰਕੇ ਉਹਦਾ ਖਾਸਾ ਖਤਮ ਕਰਕੇ ਉਸ ਨੂੰ ਪੰਜਾਬੀ ਪਾਰਟੀ ਬਣਾ ਲਿਆ ਔਰ ਉਸ ਨੂੰ ਬੀਜੇਪੀ ਦੀ ਸਹਿਯੋਗੀ ਪਾਰਟੀ ਬਣਾ ਲਿਆ। ਔਰ ਉਸ ਤੋਂ ਬਾਅਦ ਵਾਜਪਾਈ ਦੇ ਨਾਂ ਤੇ ਬੀਜੇਪੀ ਦੇ ਨਾਂ ਦੇ ਉੱਤੇ ਇਹ ਵੋਟਾਂ ਮੰਗਦੇ ਰਹੇ। ਪੰਥਕ ਸਿਆਸਤ ਇਹਨਾਂ ਨੇ ਬਿਲਕੁਲ ਖਤਮ ਕਰਤੀ। ਖੇਤਰੀ ਸਿਆਸਤ, ਪੰਥਕ ਤਾਂ ਉਹ ਨਹੀਂ ਸੀ ਬਹੁਤੀ, ਉਹ ਸਾਰੇ ਇਸ ਖੇਤਰ ਦੇ ਲੋਕਾਂ ਦੇ ਬਾਰੇ ਚਿੰਤਤ ਸੀ, ਪੰਥਕ ਦਾ ਨਾਂ ਸੀ, ਉਸ ਨੂੰ ਸਾਰੀ ਨੂੰ ਖਤਮ ਕਰਤਾ। ਹੁਣ ਜੇ ਇਹਨਾਂ ਨੇ ਰਿਵਾਈਵ ਕਰਨਾ, ਆਹ ਜਿਹੜਾ ਐਕਸਪੈਰੀਮੈਂਟ ਹੁਣ ਕਹਿ ਕੇ ਆਏ ਨੇ ਇੱਕ ਗਰੁੱਪ ਵਾਲੇ ਕਿ ਜੀ ਤੁਸੀਂ ਆਹ ਕਰਕੇ ਦੇਖ ਲਓ, ਇਹ ਤਾਂ ਹੋ ਚੁੱਕਿਆ ਪਹਿਲਾਂ। ਇਹ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੁਣ ਮਾਨ ਕਹਿੰਦਾ ਉਹ ਤਾਂ ਉਸੇ ਦੇ ਵਿੱਚੋਂ ਨਿਕਲਿਆ ਸੀ। ਲੇਕਿਨ ਜਿਹੜਾ ਵੀ ਕੋਈ ਅਕਾਲੀ ਦਲ ਦਾ ਪ੍ਰਧਾਨ ਬਣ ਜਾਂਦਾ ਹੈ, ਉਹ ਹੁਣ ਦੇਖੋ ਪ੍ਰਕਾਸ਼ ਸਿੰਘ ਬਾਦਲ ਜੀ ਹੁਣ ਕਿੰਨੇ ਸਦੀਆਂ ਤੋਂ ਚਲੇ ਆ ਰਹੇ ਨੇ, ਇੱਕ ਤਰ੍ਹਾਂ ਕਿਹਾ ਜਾਵੇ ਤਾਂ ਯੁੱਗ ਬਦਲ ਗਿਆ। ਤੁਸੀਂ ਦੇਖੋ ਦੂਸਰੇ ਜਿਹੜੇ ਪੋਲੀਟੀਕਲ ਪਾਰਟੀਆਂ ਹੋਣਗੀਆਂ ਉਹਨਾਂ ਦੇ ਕਿੰਨੇ ਲੀਡਰ ਬਦਲ ਗਏ, ਲੇਕਿਨ ਸਾਡੇ ਉਹੀ ਹੈ। 30-35 ਸਾਲ ਤੋਂ ਮਾਨ ਵੀ ਉਸੇ ਤਰ੍ਹਾਂ ਹੀ ਚਲੇ ਆ ਰਿਹਾ, ਨਾ ਕੋਈ ਕਦੇ ਇਲੈਕਸ਼ਨ, ਨਾ ਕੋਈ ਕਦੇ ਕੋਈ ਪਾਰਟੀ ਦੀ ਚੋਣ, ਨਾ ਕਦੇ। ਸੋ ਸਾਰਿਆਂ ਤੋਂ ਪਹਿਲਾਂ ਇਸ ਚੀਜ਼ ਦਾ ਸੋਲੂਸ਼ਨ ਇਹ ਹੈਗਾ ਕਿ ਇੱਕ ਅਕਾਲੀ ਦਲ ਨੂੰ ਆਪਣੀ ਜਿਹੜੀ ਪੁਰਾਣੀ ਪਾਰਟੀ ਸੀ ਉਸ ਨੂੰ ਰਿਵਾਈਵ ਕੀਤਾ ਜਾਵੇ, ਸੁਰਜੀਤ ਕੀਤਾ ਜਾਵੇ ਔਰ ਉਸ ਨੂੰ ਉਸੇ ਲੀਹਾਂ ਦੇ ਸੁਰਜੀਤ ਕੀਤਾ ਜਾਵੇ ਜਿਸ ਲੀਹਾਂ ਦੇ ਉੱਤੇ ਉਹ 1921 ਦੇ ਵਿੱਚ, 22 ਦੇ ਵਿੱਚ, 1920 ਦੇ ਵਿੱਚ ਬਣਿਆ ਸੀ। 1920 ਦੇ ਵਿੱਚ ਬਣਿਆ ਸੀ, ਕਰਤਾਰ ਸਿੰਘ ਝੱਬਰ ਨੇ ਬਣਾਇਆ ਸੀ। ਉਹ ਲੀਹਾਂ ਕੀ ਸਨ? ਡੈਮੋਕ੍ਰੈਟਿਕ, ਲੋਕ ਰਾਜੀ ਲੀਹਾਂ ਸਨ ਕਿ ਜੀ ਇਸ ਤਰ੍ਹਾਂ ਨਾਲ ਜਥੇ ਬਣਨਗੇ ਪਿੰਡਾਂ ਦੇ ਵਿੱਚ। ਉਹ ਜਥੇ ਫਿਰ ਸਰਕਲ ਦਾ ਪ੍ਰਧਾਨ ਚੁਣਨਗੇ, ਸਰਕਲ ਦੀ ਕਮੇਟੀ ਬਣਾਉਣਗੇ, ਸਰਕਲ ਦੀ ਕਮੇਟੀ ਜ਼ਿਲ੍ਹੇ ਦੀ ਕਮੇਟੀ ਬਣਾਏਗੀ ਔਰ ਉਹ ਬਿਲਕੁਲ ਲੋਕ ਰਾਜੀ ਲੀਹਾਂ ਦੇ ਉੱਤੇ ਸੀ। ਇਸ ਤੋਂ ਅਸੀਂ ਕੁਝ ਲੋਕਾਂ ਨੇ ਮਿਲ ਕੇ ਬਾਹਰ ਦੇ ਜ਼ਿਆਦਾ ਇਸ ਦੇ ਵਿੱਚ ਇੰਟਰਸਟ ਲੈਂਦੇ ਸਨ। ਇੱਕ ਤਾਂ ਤੁਹਾਡੇ ਨਾਮ ਵਾਲੇ ਸੁਖਵਿੰਦਰ ਸਿੰਘ ਸੀਗੇ, ਇੱਕ ਬਲਦੇਵ ਸਿੰਘ ਆਪਣੇ ਲੀਡਰ ਹੁੰਦੇ ਸੀਗੇ, ਮੇਜਰ ਬਲਦੇਵ ਸਿੰਘ ਉਹਨਾਂ ਦਾ ਲੜਕਾ ਸੀ। ਕੁਝ ਲੋਕ ਹੋਰ ਇੱਥੋਂ ਦੇ ਪੰਜਾਬ ਦੇ, ਕੁਝ ਵਕੀਲ ਦਿੱਲੀ ਦੇ, ਇਹ ਸਾਰਿਆਂ ਨੇ ਮਿਲ ਕੇ ਨਾ ਇਸ ਅਕਾਲੀ ਦਲ ਦੀ ਪੁਰਾਣੀ ਕਨਸਟੀਟਿਊਸ਼ਨ ਨੂੰ ਸਟੱਡੀ ਕੀਤਾ। ਫਿਰ ਇਹਨਾਂ ਨੇ ਜਿਹੜੀਆਂ ਲਿਬਰਲ ਪਾਰਟੀਆਂ ਉੱਥੇ ਹਨਗੀਆਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਉਹਨਾਂ ਦੀ ਕਨਸਟੀਟਿਊਸ਼ਨ ਨੂੰ ਸਟੱਡੀ ਕਰਕੇ ਤੇ ਇੱਥੋਂ ਦੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਵਿੱਚ ਫਿੱਟ ਆਉਣ ਵਾਸਤੇ ਇੱਕ ਕਨਸਟੀਟਿਊਸ਼ਨ ਬਣਾਈ ਸੀ ਜਿਹੜੀ ਕਿ ਪਾਰਟੀ ਦਾ ਸੰਵਿਧਾਨ ਬਣ ਸਕਦੀ ਹੈ। ਉਹ ਇਹਨਾਂ ਨੇ ਇਸ ਤਰ੍ਹਾਂ ਕਰਕੇ ਇਸ ਨਾਂ ਦੇ ਹੇਠ ਛਾਪੀ ਹੋਈ ਹੈ ਔਰ ਇਸ ਦਾ ਇੰਗਲਿਸ਼ ਟ੍ਰਾਂਸਲੇਸ਼ਨ ਵੀ ਇਹਨਾਂ ਨੇ ਛਾਪਿਆ ਹੋਇਆ। ਸੋ ਇਹ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਅਸੀਂ ਬਹੁਤ ਲੋਕਾਂ ਨੂੰ ਮੰਡੀ ਸੀ ਕਿ ਆਪਣੀਆਂ ਪਾਰਟੀਆਂ ਨੂੰ ਇਸ ਲੀਹਾਂ ਦੇ ਉੱਤੇ ਰੀਆਰਗਨਾਈਜ਼ ਕਰੋ। ਸੋ ਸਭ ਤੋਂ ਪਹਿਲਾਂ ਸਾਨੂੰ ਇੱਕ ਪਾਰਟੀ ਚਾਹੀਦੀ ਹੈ ਜਿਹੜੀ ਕਿ ਡੈਮੋਕ੍ਰੈਟਿਕ ਹੋਵੇ, ਜਿਹਦੇ ਵਿੱਚ ਇੱਕ ਬੰਦਾ ਕਬਜ਼ਾ ਕਰਕੇ ਤੇ ਸਾਰੀ ਉਮਰ ਉੱਥੇ ਹੀ ਨਾ ਬੈਠਾ ਰਵੇ, ਕਿਉਂਕਿ ਬੰਦੇ ਦੀ ਲਿਮਿਟੇਸ਼ਨਸ ਹੁੰਦੀਆਂ। ਤੁਸੀਂ ਦੇਖੋ ਇੰਗਲੈਂਡ ਦੇ ਵਿੱਚ ਨਾਈਜਰ ਸੀਗਾ ਜਿਸਨੇ ਬ੍ਰੈਕਸਿਟ ਦੀ ਗੱਲ ਕੀਤੀ, ਲੋਕ ਹੱਸਣ ਲੱਗ ਪਏ। ਉਸਨੇ ਬ੍ਰੈਕਸਿਟ ਕਰਵਾ ਲਿਆ ਆਪਣੀ ਇੱਕ ਸ਼ਕਤੀ ਦੇ ਨਾਲ
ਪ੍ਰੋਪੇਗੈਂਡਾ ਕਰਕੇ। ਤੇ ਜਦੋਂ ਉਹ ਖਤਮ ਹੋ ਗਿਆ ਉਸ ਦਿਨ ਉਹ ਪਾਰਲੀਮੈਂਟ ਦੇ ਵਿੱਚ ਆਇਆ, ਕਹਿਣ ਲੱਗਿਆ ਨਾਓ ਯੂ ਆਰ ਨਾਟ ਲਾਫਿੰਗ ਆਰ ਯੂ। ਤੇ ਉਸ ਤੋਂ ਬਾਅਦ ਉਸਨੇ ਅਨਾਉਂਸ ਕਰਤਾ ਵੀ ਮੇਰਾ ਜਿਹੜਾ ਪਰਪਸ ਸੀ ਹੱਲ ਹੋ ਗਿਆ ਤੇ ਹੁਣ ਨਵੇਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਆਈ ਰਿਟਾਇਰ ਫਰਮ ਪੋਲਿਟਿਕਸ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਉੱਥੇ ਸਪੇਨ ਦੇ ਵਿੱਚ ਇਹਨਾਂ ਦਾ ਸੀ ਕੈਟਾਲੋਨੀਆ ਦਾ ਮਸਲਾ ਸੀਗਾ। ਕੈਟਾਲੋਨੀਆ ਦਾ ਜਿਹੜਾ ਸੀਗਾ ਉਹਨਾਂ ਨੇ ਇਸ ਦੇ ਵਾਸਤੇ ਇੱਕ ਉੱਥੇ ਰਾਏਸ਼ੁਮਾਰੀ ਕਰਵਾਈ ਤੇ ਰਾਏਸ਼ੁਮਾਰੀ ਦੇ ਵਿੱਚ ਉਹ ਜਿੱਤ ਨਹੀਂ ਸਕੇ। ਕੈਟਾਲੋਨੀਆ ਵਾਲਿਆਂ ਨੇ ਸਪੇਨ ਦੇ ਨਾਲ ਰਹਿਣ ਵਾਸਤੇ ਆਪਣਾ ਕਰਤਾ। ਤਾਂ ਜਿਹੜਾ ਉਹ ਲੀਡਰ ਸੀਗਾ ਉਸਨੇ ਉਸ ਵੇਲੇ ਕਿਹਾ ਕਿ ਹੁਣ ਮੇਰਾ ਕੋਈ ਮਕਸਦ ਨਹੀਂ, ਕਿਉਂਕਿ ਜੇ ਮੇਰੇ ਲੋਕ ਨਹੀਂ ਚਾਹੁੰਦੇ ਤਾਂ ਉਹ ਰਿਟਾਇਰ ਹੋ ਕੇ ਆਪਣੇ ਘਰ ਦੇ ਵਿੱਚ ਆਪਣਾ ਕੰਮ ਕਰਨ ਲੱਗ ਪਿਆ। ਇਹ ਸਾਡੇ ਇੱਥੇ ਰਿਵਾਜ ਹੀ ਨਹੀਂ ਪੈਂਦਾ ਕਿ ਤੁਸੀਂ ਕੋਈ ਤਾਂ ਦੱਸੋ ਤੁਹਾਡਾ ਮਕਸਦ ਕੀ ਹੈ ਪੋਲਿਟਿਕਸ ਦੇ ਵਿੱਚ। ਹੁਣ ਮਾਨ ਦੱਸੇ ਵੀ ਇਹਦਾ ਮਕਸਦ ਕੀ ਹੈ। ਜੇ ਇਸ ਦਾ ਮਕਸਦ ਹੈ ਖਾਲਿਸਤਾਨ ਤਾਂ ਫਿਰ ਕਾਹਦੇ ਵਾਸਤੇ ਇਹ ਬਾਰ-ਬਾਰ ਕਨਸਟੀਟਿਊਸ਼ਨ ਦੀ ਓਥ ਲੈਂਦਾ। ਜੇ ਕਨਸਟੀਟਿਊਸ਼ਨ ਦੇ ਅੰਦਰ ਚੱਲ ਕੇ ਕਰਨਾ ਹੈ ਤਾਂ ਫਿਰ ਉਸ ਦੇ ਵਾਸਤੇ ਸ਼ਕਤੀ ਨੂੰ ਸੰਭਾਲਣਾ ਚਾਹੀਦਾ ਹੈ, ਸਾਰੀ ਛਿੰਡੀ ਹੋਈ ਸ਼ਕਤੀ ਨੂੰ ਇਕੱਠਾ ਕਰਨਾ ਚਾਹੀਦਾ ਹੈ। ਉਹ ਕਿਸੇ ਬੰਦੇ ਦੇ ਮੁਤਾਜ ਨਹੀਂ ਇਕੱਠੇ ਹੋ ਸਕਦੇ ਲੋਕ, ਕਿਉਂਕਿ ਅੱਜ ਕੱਲ੍ਹ ਸਾਰੇ ਜਾਣਦੇ ਹੈ ਕਿ ਹਰ ਇੱਕ ਆਦਮੀ ਆਜ਼ਾਦ ਹੈ। ਔਰ ਸਿੱਖੀ ਦਾ ਮਕਸਦ ਹੀ ਇਹ ਹੈ ਕਿ ਹੰਨੇ ਮੀਰ ਹੋਵੇ, ਹਰ ਇੱਕ ਆਦਮੀ ਆਪਣੇ ਆਪ ਦੇ ਵਿੱਚ ਆਜ਼ਾਦ ਮਹਿਸੂਸ ਕਰੇ। ਤਾਂ ਇਹਨਾਂ ਨੂੰ ਕਿਸੇ ਤਰੀਕੇ ਨਾਲ, ਕਿਸੇ ਵਿਧੀ ਨਾਲ, ਕਿਸੇ ਸੰਵਿਧਾਨ ਦੇ ਹੇਠ ਹੀ ਇਕੱਠੇ ਕੀਤਾ ਜਾ ਸਕਦਾ ਹੈ। ਫਿਰ ਦੂਸਰਾ ਸਟੈਪ ਇਹਨਾਂ ਦਾ ਕੀ ਹੋਏਗਾ? ਦੂਸਰਾ ਸਟੈਪ ਇਹ ਹੋਏਗਾ ਕਿ ਇੱਕ ਸਾਂਝਾ ਪਾਰਲੀਮੈਂਟਰੀ ਬੋਰਡ ਬਣਾਉਣਗੇ ਜਿਹੜਾ ਟਿਕਟਾਂ ਦੇਵੇ। ਟਿਕਟਾਂ ਤਾਂ ਸਾਰੇ ਆਪ ਦੇਣਾ ਚਾਹੁੰਦੇ ਆ ਤਾਂ ਇਹਨਾਂ ਦੇ ਵਫਾਦਾਰ ਰਹਿਣਗੇ ਉਹ ਲੋਕ। ਜੇ ਸਾਂਝਾ ਪਾਰਲੀਮੈਂਟਰੀ ਬੋਰਡ ਹੋਊਗਾ ਜਿਹੜਾ ਆਪ ਟਿਕਟ ਨਾ ਲਵੇ ਲੇਕਿਨ ਇਹਨਾਂ ਦੇ ਲੋਕਾਂ ਨੂੰ ਜੇ ਇਹਨਾਂ ਦੀ ਰਿਕਮੈਂਡੇਸ਼ਨ ਲੈ ਕੇ ਜੇ ਉਹ ਆਪਣੇ ਆਪ ਚੂਜ਼ ਕਰੇ, ਫਿਰ ਇਸ ਤਰ੍ਹਾਂ ਦੀਆਂ 5-7 ਸਟੈਪ ਲੈਣੀਆਂ ਪੈਣਗੀਆਂ। ਫਿਰ ਪੰਥ ਦੇ ਵਿੱਚ ਏਕਤਾ ਆਊਗੀ। ਇੱਕ ਜਥੇਦਾਰ ਦੇ ਕਹਿਣ ਦੇ ਨਾਲ ਜਾਂ ਇਹਨਾਂ ਦੀ ਬੇਨਤੀ ਦੇ ਨਾਲ ਜਾਂ ਇਹੋ ਜਿਹੀ ਇਹ ਨਕਲੀ ਏਕਤਾ, ਕਾਗਜ਼ੀ ਏਕਤਾ ਕਦੇ ਨਿਭ ਨਹੀਂ ਸਕਦੀ। ਸੁਖਵਿੰਦਰ ਜੀ, ਮੇਰਾ ਆਖਰੀ ਸਵਾਲ ਹੈ ਗੁਰਤੇਜ ਸਿੰਘ ਜੀ ਕਿ ਅਕਾਲੀ ਦਲ ਦੇ ਨਾਲ 9 ਮਾਸ ਦਾ ਰਿਸ਼ਤਾ ਨਿਭਾ ਚੁੱਕੀ ਕੇਂਦਰ ਸਰਕਾਰ ਜਿਹੜੀ ਹੈ ਉਹ ਹੁਣ, ਜਿਵੇਂ ਮੈਂ ਪਹਿਲਾਂ ਸਵਾਲ ਕੀਤਾ ਸੀ ਕਿ ਉਹ ਦੇਣਾ ਤਾਂ ਚਾਹੁੰਦੇ ਆ ਸਿੱਖਾਂ ਨੂੰ ਕੁਝ ਨਾ ਕੁਝ, ਇਹ ਜਿਵੇਂ ਚਰਚਾਵਾਂ ਚੱਲਦੀਆਂ, ਪਤਾ ਨਹੀਂ ਹੁਣ ਦੇਣਾ ਚਾਹੁੰਦੇ ਕਿ ਨਹੀਂ, ਪਰ ਕਹਿੰਦੇ ਉਹਨਾਂ ਨੂੰ ਕੋਈ ਲੀਡਰ ਨਹੀਂ ਮਿਲਦਾ। ਕਿਉਂਕਿ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ 3-4 ਅਕਾਲੀ ਦਲ ਉੱਥੇ ਬਣ ਗਏ, ਇੱਕ ਅਕਾਲੀ ਦਲ ਦਿੱਲੀ ਸਟੇਟ ਪਿਛਲੇ ਦਿਨਾਂ 'ਚ ਬਣਿਆ। ਪੰਜਾਬ 'ਚ ਬਹੁਤ ਅਕਾਲੀ ਦਲ ਨੇ, ਬਾਹਰਲੇ ਮੁਲਕਾਂ ਦੇ ਵਿੱਚ ਵੀ ਸਿੱਖ ਵਸੇ ਨੇ, ਉੱਥੇ ਵੀ ਅਕਾਲੀ ਦਲ ਇੱਥੋਂ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਦੀਆਂ ਇਕਾਈਆਂ ਨੇ। ਪਰ ਗੱਲ ਇਹ ਹੈ ਜਿਵੇਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ NRI ਸਿੱਖਾਂ ਨੂੰ ਸੱਦ ਕੇ ਇੱਥੇ ਉਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਿੱਖਾਂ ਦੇ ਹਮਦਰਦੀ ਹਾਂ, ਮੋਦੀ ਸਾਹਿਬ ਬਹੁਤ ਸਿੱਖਾਂ ਦੇ ਨਜ਼ਦੀਕ ਨੇ, ਉਹ ਚਾਹੁੰਦੇ ਨੇ ਕਿ ਮਸਲੇ ਹੱਲ ਕਰਨ। ਪਰ ਗੱਲ ਫਿਰ ਉੱਥੇ ਹੀ ਆ ਕੇ ਟਿਕ ਜਾਂਦੀ ਹੈ ਕਿ ਸਿੱਖ ਕੌਮ ਇੱਕ ਨਾਇਕ ਦੀ ਤਲਾਸ਼ ਦੇ ਵਿੱਚ ਹੈ ਤੇ ਉਹ ਸਿੱਖ ਕੌਮ ਨੂੰ ਲੱਭ ਨਹੀਂ ਰਿਹਾ ਤੇ ਕੇਂਦਰ ਸਰਕਾਰ, ਜਿਵੇਂ ਮੈਂ ਕਿਹਾ ਕਿ ਉਹ ਕਠਪੁਤਲੀ ਚਾਹੁੰਦੀ ਹੈ ਆਪਣੀ। ਨਹੀਂ ਦੇਖੋ, ਇਹ ਜਿਹੜਾ ਉਹਨਾਂ ਦਾ ਇੰਟੈਂਸ਼ਨ ਹੈ ਨਾ ਕਿ ਇੱਕ ਲੋਕ ਰਾਜ ਦੇ ਵਿੱਚ ਸਾਡੀ ਕਠਪੁਤਲੀ ਹੋਵੇ ਜਿਹੜੀ ਰਾਜ ਕਰੇ, ਇਹ ਤਾਂ ਮੁੱਢੋਂ ਹੀ ਨਕਾਰਨਯੋਗ ਹੈ। ਬਾਕੀ ਜਿਹੜੀ ਗੱਲ ਹੈ ਵੀ ਉਹ ਦੇਣਾ ਚਾਹੁੰਦੇ ਹੈ। ਹੁਣ ਦੇਣਾ ਤੇ ਲੈਣਾ ਇਹਦੇ ਵਿੱਚ ਕਾਹਦਾ ਹੈਗਾ? ਇਹ ਕਿਹੜਾ ਕੋਈ ਝੋਲੀ ਅੱਡ ਕੇ ਕਿਸੇ ਨੇ ਆਉਣਾ ਤੇ ਤੁਸੀਂ ਉਹਦੀ ਝੋਲੀ ਦੇ ਵਿੱਚ ਪਾ ਦੇਣਾ। ਗੱਲ ਤਾਂ ਸਾਰੀ ਨਿਆਂ ਦੀ ਹੈ, ਧਰਮ ਦੀ ਹੈ, ਕਾਨੂੰਨ ਦੀ ਹੈ। ਜੇ ਕਾਨੂੰਨਨ ਤੌਰ ਦੇ ਉੱਤੇ ਪਾਣੀ ਪੰਜਾਬ ਦਾ ਬਣਦਾ ਤਾਂ ਪੰਜਾਬ ਨੂੰ ਉਹ ਦੇ ਦੇਣਾ ਚਾਹੀਦਾ। ਉਸ ਦੇ ਵਿੱਚ ਕਿਉਂ ਕੋਈ ਅੱਗੇ ਆ ਕੇ, ਕਿਉਂ ਤੁਸੀਂ ਕਿਸੇ ਨੂੰ ਕ੍ਰੈਡਿਟ ਦੇਣਾ ਚਾਹੁੰਦੇ ਹੋ ਤੇ ਕਿਉਂ ਤੁਸੀਂ ਇਹ ਗੱਲਾਂ ਕਰਦੇ ਹੋ? ਇਹ ਸ਼ਿਵ ਨੇ ਥੋੜਾ ਆ ਕੇ ਗੰਗਾ ਨੂੰ ਕੇਸਾਂ ਦੇ ਵਿੱਚ ਸੰਭਾਲਣਾ ਹੈ। ਇਹ ਤਾਂ ਪਾਣੀ ਤਾਂ ਸਾਡੇ ਖੇਤਾਂ ਨੂੰ ਲੱਗਣਾ ਹੈ। ਸੋ ਇਸ ਨੂੰ ਸਾਡਾ ਪਾਣੀ ਆ, ਉਸ ਦੇ ਜਿਹੜੇ ਐਗਰੀਮੈਂਟਸ ਹੋਈਆਂ ਸਾਰੀਆਂ ਗਲਤ ਆਣਗੀਆਂ, ਝੂਠੀਆਂ ਆਣਗੀਆਂ, ਗਨ ਪੁਆਇੰਟ ਦੇ ਉੱਤੇ ਕੀਤੀਆਂ ਗਈਆਂ, ਉਹਨਾਂ ਨੂੰ ਰੱਦ ਕਰਕੇ ਸਾਨੂੰ ਪਾਣੀ ਦੇ ਦੇਣ। ਇੱਕ ਕਿਸੇ ਲੀਡਰ ਨੇ ਕੋਈ ਉਹਦੇ 'ਚ ਡੁੱਬ ਕੇ ਮਰਨਾ, ਉਹ ਕਿਉਂ ਉਸ ਨੂੰ ਲੀਡਰ ਲੱਭਦੇ ਨੇ? ਦੂਸਰਾ ਹੈਗਾ ਚੰਡੀਗੜ੍ਹ ਦਾ ਮਸਲਾ। ਕਿੰਨੇ ਵਾਰੀ ਤਾਂ ਇਹ ਅਨਾਊਂਸਮੈਂਟ ਹੋ ਚੁੱਕੀ ਹੈ, ਕਿੰਨੇ ਵਾਰੀ ਇਹ ਕਹਿ ਚੁੱਕੇ ਨੇ ਚੰਡੀਗੜ੍ਹ ਪੰਜਾਬ ਦਾ। ਚੰਡੀਗੜ੍ਹ ਬਣਿਆ ਪੰਜਾਬ ਵਾਸਤੇ ਹੈ, ਚੰਡੀਗੜ੍ਹ ਦਾ ਸਾਰਾ ਰਿੜਕਿਆ ਜਾ ਚੁੱਕਿਆ ਮਸਲਾ ਇੰਨੇ ਸਾਲਾਂ ਦੇ ਵਿੱਚ। ਇਸ ਨੂੰ ਇਹ ਬਾਰ-ਬਾਰ ਇੱਥੇ ਆਪਣਾ ਹੋਰ ਪੱਕੀਆਂ ਪੀੜੀਆਂ ਇਸ ਦੇ ਸੰਗਲੀਆਂ ਪਾ ਰਹੇ ਨੇ। ਕਦੇ ਯੂਨੀਵਰਸਿਟੀ ਨੂੰ ਆਪਣੇ ਤਹਿਤ ਲੈਣ ਦੀ ਕੋਸ਼ਿਸ਼ ਕਰਦੇ ਨੇ, ਕਦੇ ਦੂਸਰੇ ਇੱਕ ਹਰਵੇ ਵਰਤਦੇ ਨੇ ਕਿ ਇੱਥੇ ਇੱਕ ਇਹਨਾਂ ਦੀ ਹਰਿਆਣੇ ਦੀ ਵਿਧਾਨ ਸਭਾ ਬਣਾ ਦਿਓ ਜਾਂ ਕੁਛ ਇਸ ਤਰ੍ਹਾਂ ਦੇ। ਇਹ ਸਾਰਾ ਕੁਝ ਛੱਡ ਦੇਣ, ਉਹ ਅਨਾਊਂਸ ਕਰਦੇ ਨੇ ਵੀ ਇਹ ਕਿੰਨੇ ਵਾਰੀ ਅਸੀਂ ਐਕਸੈਪਟ ਕਰ ਚੁੱਕੇ ਹਾਂ। ਔਰ ਪੰਜਾਬ ਬਣਿਆ ਹੀ ਲਾਹੌਰ ਦੀ ਇਸ ਦੀ ਬਦਲੇ ਸੀਗਾ, ਲੋਕਾਂ ਨੂੰ ਪ੍ਰਵਾਸ ਦੇਣ ਵਾਸਤੇ।
ਤੇ ਅਸੀਂ ਇਹ ਪੰਜਾਬ ਨੂੰ ਸਮਰਪਿਤ ਕਰਦੇ ਹਾਂ। ਪੰਜਾਬ ਦਾ ਹੈਗਾ, ਪੰਜਾਬ ਨੂੰ ਵਾਪਸ ਚਲਾ ਗਿਆ। ਲੋਕਾਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਆਈਆਂ ਸਨ ਉਹਨਾਂ ਨੇ ਨਿਆਂ ਨਹੀਂ ਕੀਤਾ। ਅਸੀਂ ਨਿਆਂ ਪਸੰਦ ਆ, ਅਸੀਂ ਨਿਆਂ ਕਰਦੇ ਹਾਂ। ਅੱਛਾ, ਜੇ ਜ਼ਿਆਦਾ ਹੁਣ ਦੇਖੋ ਆ ਬੇਅਦਬੀ ਦੇ ਮਸਲੇ ਹਨਗੇ। ਹੁਣ ਸਾਰਿਆਂ ਤੋਂ ਵੱਡਾ ਮਸਲਾ ਜਿਹੜਾ ਇਹ ਮਾਨ ਦਲ ਆਪਣਾ ਉਭਾਰ ਰਿਹਾ ਕਿ ਜੀ ਇਹ ਇੱਕ ਜਿਹੜੇ ਬੰਦੀ ਸਿੰਘ ਹਨਗੇ, ਬੰਦੀ ਸਿੰਘ 8-7 ਜਿਹੜੇ ਉਦੋਂ ਦੇ ਹਨਗੇ, ਉਹ ਵੀ ਹਨਗੇ ਤੇ ਉਹਨਾਂ ਤੋਂ ਇਲਾਵਾ ਵੀ ਬਥੇਰੇ ਹਨਗੇ ਜਿਨ੍ਹਾਂ ਦੇ ਉੱਤੇ ਨਜਾਇਜ਼ ਮੁਕੱਦਮੇ ਪਾ ਕੇ ਔਰ ਕੰਮ ਹੁਣ ਜਿਵੇਂ ਕਿਤਾਬਾਂ ਵਾਲਾ ਕੇਸ ਹੈ, ਰਸਾਲਿਆਂ ਵਾਲਾ ਕੇਸ ਹੈ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤੇ ਉਹ ਕਹਿਣ ਵੀ ਸਾਡੀ ਕੋਈ ਦੁਸ਼ਮਣੀ ਨਹੀਂ ਸਿੱਖਾਂ ਨਾਲ। ਅਸੀਂ ਇਹਨਾਂ ਨੂੰ ਹੁਣ ਦੇਖੋ ਜੈਦਰ ਹਵਾਰਾ ਹੈਗੇ, ਉਹ ਕਿੰਨੇ ਮੁਕੱਦਮੇ ਹੁਣ ਜ਼ੁਬੈਰ ਦਾ ਕੇਸ ਤੁਹਾਡੇ ਸਾਹਮਣੇ ਆਇਆ। ਜਦੋਂ ਉਹਨੂੰ ਇੱਕ ਜ਼ਮਾਨਤ ਮਿਲਦੀ ਸੀ ਇੱਕ ਕੇਸ ਦੇ ਵਿੱਚ, ਉਹ ਦੂਸਰਾ ਉਹਦੇ 'ਚ ਹੋਰ ਠੋਕ ਦਿੰਦੇ ਸੀ, ਉਸ ਦੇ ਵਿੱਚ ਮਿਲਦੀ ਸੀ ਫਿਰ ਤੀਸਰਾ ਬਣਾ ਦਿੰਦੇ ਸੀ। ਤਾਂ ਇਸ ਤਰ੍ਹਾਂ ਜਥੇਦਾਰ ਦੇ ਉੱਤੇ ਇੰਨੇ ਕੇਸ ਬਣਾਏ ਹੋਏ ਨੇ ਇਹਨਾਂ ਲੋਕਾਂ ਨੇ। ਇਹ ਕਹਿ ਦੇਣ ਵੀ ਇਹ ਸਾਰੇ ਝੂਠੇ ਹਨਗੇ, ਇਹਨਾਂ ਨੂੰ ਪਤਾ ਨਹੀਂ ਇਹ ਝੂਠੇ ਹਨਗੇ, ਸਭ ਪਤਾ ਇਹਨਾਂ ਨੂੰ ਝੂਠੇ ਹਨਗੇ। ਤਾਂ ਫਿਰ ਉਹ ਕਿਸੇ ਇੱਕ ਸਿੱਖ ਦੇ ਨਾਲ ਇਹ ਸਮਝੌਤਾ ਕਰਕੇ ਉਸ ਨੂੰ ਆਪਣਾ ਮੋਹਰਾ ਬਣਾ ਕੇ ਲੋਕਾਂ ਦੇ ਉੱਤੇ ਠੋਸਣ ਦੀ ਬਜਾਏ ਇਸ ਸਿੱਖਾਂ ਦੀ ਗੱਲ ਸੁਣਨ, ਇੱਕ ਨਿਆਂ ਦੀ ਗੱਲ ਕਰਨ, ਸਿੱਖਾਂ ਦੀ ਵੀ ਨਾ ਸੁਣਨ, ਮੈਂ ਕਹਿੰਦਾ ਪੰਜਾਬ ਦੀ ਸੁਣਨ, ਨਿਆਂ ਦੀ ਸੁਣਨ, ਧਰਮ ਦੀ ਸੁਣਨ, ਤਾਂ ਫਿਰ ਤਾਂ ਇਹ ਗੱਲ ਚੱਲ ਸਕਦੀ ਹੈ। ਤੇ ਜੇ ਇਹ ਇਸ ਤਰ੍ਹਾਂ ਹੀ ਕਹਿਣ ਕਿ ਜੀ ਨਹੀਂ ਅਸੀਂ ਤਾਂ ਆਪਣਾ ਮੋਹਰਾ ਬਣਾ ਕੇ ਹੀ ਕਿਸੇ ਨਾ ਕਿਸੇ ਨੂੰ ਇੱਥੇ ਲਾਉਣਾ, ਤਾਂ ਫਿਰ ਤਾਂ ਇਹ ਸੋਲੂਸ਼ਨ ਨਹੀਂ ਹੈ। ਇਹ ਤਾਂ ਫਿਰ ਇੱਕ ਆਪਣਾ ਕੋਈ ਧੜਾ ਬਣਾਉਣ ਦੀ, ਕੋਈ ਆਪਣੀ ਜਿਹੜੀ ਲੋਕਾਂ ਨੂੰ ਸਪਰੈਸ ਕਰਨ ਦੀ ਲੰਮੀ ਚੌੜੀ ਸਕੀਮ ਬਣਦੀ ਜਾ ਰਹੀ ਹੈ, ਜਿਹੜੀ ਕਿ ਉਹ ਸ਼ੇਰਾਂ ਦੇ ਰਾਹੀਂ ਪ੍ਰਗਟ ਕੀਤੀ ਜਾ ਚੁੱਕੀ ਹੈ। ਸੋ ਇਹੋ ਜਿਹਾ ਇਹਨਾਂ ਦਾ ਮਕਸਦ ਹੈ, ਇਹ ਨਾਪਾਕ ਮਕਸਦ ਹੈ। ਇਹ ਸਿਆਸਤ ਜਿਹੜੀ ਹੈ ਇਸ ਮੁਲਕ ਦੀ ਡੈਮੋਕ੍ਰੈਟਿਕ ਸਿਆਸਤ ਹੈ, ਕੌਂਸਟੀਟਿਊਸ਼ਨ ਦੇ ਅਨੁਸਾਰ ਹੈ। ਉਸ ਕੌਂਸਟੀਟਿਊਸ਼ਨ ਦੇ ਜਿਹੜੇ ਪੰਜਾਬ ਨੂੰ ਫੇਵਰ ਕਰਦੇ ਪਾਰਟ ਹਨਗੇ ਉਹਨਾਂ ਨੂੰ ਵੀ ਲਾਗੂ ਕਰਨ, ਉਹਨਾਂ ਨੂੰ ਇਹ ਪੰਜਾਬ ਤੋਂ ਦੂਰ ਨਾ ਰੱਖਣ, ਪੰਜਾਬ ਨੂੰ ਨਿਆਂ ਤੋਂ ਦੂਰ ਨਾ ਰੱਖਣ, ਤਾਂ ਪੰਜਾਬੀ ਸਾਰੇ ਖੁਸ਼ ਹੋ ਜਾਣਗੇ। ਬਿਲਕੁਲ, ਸ਼ੁਕਰੀਆ ਗੁਰਤੇਜ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਵੈਲਕਮ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ IAS ਸਰਦਾਰ ਗੁਰਤੇਜ ਸਿੰਘ। ਮੁੱਕਦੀ ਗੱਲ ਇਹ ਹੈ ਕਿ ਸਿੱਖ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜੇ ਕਿਤੇ ਕੇਂਦਰ ਮਾੜੀ ਜੀ ਵੀ ਆਪਣੀ ਇਮਾਨਦਾਰ ਪੱਖ ਦੇ ਨਾਲ ਸੋਚੇ ਤਾਂ ਸਾਰੇ ਮੁੱਦਿਆਂ ਦਾ ਹੱਲ ਹੋ ਸਕਦਾ। ਜੇ ਸਿਆਸਤ ਹੀ ਕਰਨੀ ਹੈ ਫਿਰ ਉਹ ਸਿਆਸਤ ਨੂੰ ਉਸੇ ਢੰਗ ਨਾਲ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਇਹ ਵੀ ਕਰਦੇ ਰਹਿਣਗੇ ਤੇ ਸਾਡੇ ਸਿੱਖਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਪੰਥਕ ਮੁੱਦਿਆਂ ਦੇ ਉੱਤੇ ਭੰਬਲ ਭੂਸਾ ਬਣਿਆ ਰਹੇਗਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।